ਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰੂ ਸਹਾਇ ਮਮ। ਸਿਮਰ ਸਿਮਰ ਸੁਖ ਪਾਏ। ਦਾਰਦ ਕਲ ਮਲ ਮਲ ਦਲਨਾ। ਜੈ ਜੈ ਸ਼੍ਰੀ ਹਰਿ ਰਾਏ। ਸ੍ਰੀ ਸਤਿਗੁਰੂ ਸਹਾਇ ਮਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਵਛਲ, ਪਤਿਤ ਪਾਵਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੇ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ। ਬਾਣੀ ਕੇ ਬੋਹਿਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੇ ਗੁਰੂ ਖਾਲਸਾ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਨੇ ਮਹਾਰਾਜ ਜੀ ਦੀ ਤੁਰਕੀ ਬਾਣੀ, ਸੋ ਦਰ ਰਹਿ ਰਾਸ ਹੈ ਬਾਣੀ ਦੇ ਜਾਪ ਸਰਵਣ ਕੀਤੇ ਹਨ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਹਾਜ਼ਰੀਆਂ ਲਵਾ ਰਹੇ ਹੋ। ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸੁੰਦਰ ਸੋਹਣੇ ਦਰਬਾਰ ਸੱਜੇ ਹਨ। ਮਹਾਰਾਜ ਜੀ ਦੀ ਤੁਰਕੀ ਬਾਣੀ ਤੋਂ ਬਾਅਦ ਜੋ ਰੋਜ਼ਾਨਾ ਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਵਾਈ ਜਾਂਦੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਮੰਗਣੀ ਕੁੜਮਾਈ ਹੋਈ,
ਚੂਣਾ ਗੋਤ ਦਾ ਮੂਲ ਚੰਦ ਖੱਤਰੀ ਜੋ ਪਟਵਾਰੀ ਸੀ ਪੱਖੋ ਕੇ ਰੰਧਾਵਾ ਨਗਰ ਬਟਾਲੀ ਦਾ, ਉਹਨਾਂ ਦੀ ਜੋ ਸੁਪੁੱਤਰੀ ਧੰਨ ਧੰਨ ਮਾਤਾ ਸੁਲੱਖਣੀ ਜੀ ਸਨ, ਉਹਨਾਂ ਨਾਲ ਸਤਿਗੁਰ ਜੀ ਦੀ ਇਵੇਂ ਸਗਾਈ ਹੋਈ। ਪਹਿਲਾਂ ਮੂਲ ਚੰਦ ਵੱਲੋਂ ਸਤਿਗੁਰ ਜੀ ਦੀ ਕੜਮਾਈ ਵਾਸਤੇ ਲਾਗੀਆਂ ਰਾਹੀਂ ਰਸਮ ਭੇਜੀ ਸੁਲਤਾਨਪੁਰ ਵਿਖੇ। ਫਿਰ ਬਾਅਦ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ, ਚਾਚਾ ਜੀ, ਨਾਨਾ ਨਾਨੀ, ਮਾਮਾ ਇਤਿਆਦਿਕ ਸਾਰੇ ਸੁਲਤਾਨਪੁਰ ਇਕੱਠੇ ਹੋਏ। ਭਾਈ ਮਰਦਾਨਾ ਹੋਣੀ ਜੀ ਵੀ ਨਾਲ ਸਨ। ਜਦੋਂ ਇੱਧਰ ਮੰਗਣੀ ਦੀ ਰਸਮ ਪੂਰੀ ਹੋਈ ਸੁਲਤਾਨਪੁਰ, ਇੱਥੋਂ ਫਿਰ ਇਕੱਠਿਆਂ ਹੋ ਕੇ ਨਿੱਧੇ ਬ੍ਰਾਹਮਣ ਨੂੰ ਅੱਗੇ ਭੇਜਿਆ ਕਿ ਮੂਲ ਚੰਦ ਜੀ ਨੂੰ ਜਾ ਕੇ ਕਹਿ ਦਿਓ ਕਿ ਬੇਦੀਆਂ ਦੀ ਕੁੱਲ ਦੇ ਸਾਰੇ ਆਏ ਹਨ, ਇੱਥੇ ਆ ਕੇ ਉਹਨਾਂ ਖੁਸ਼ੀ ਮਨਾਉਣੀ ਹੈ, ਖਰਚਾ ਕਰਨਾ ਹੈ। ਨਿੱਧਾ ਬ੍ਰਾਹਮਣ ਜੀ ਜੋ ਭਾਈਆ ਜੈ ਰਾਮ ਜੀ ਵੱਲੋਂ ਸੁਲਤਾਨਪੁਰ ਵਿਖਿਓਂ ਗਏ ਸਨ, ਉਹਨਾਂ ਨੇ ਜਾ ਕੇ ਮੂਲ ਚੰਦ ਜੀ ਨੂੰ ਬੇਨਤੀ ਕੀਤੀ, ਕਿਹਾ ਕਿ ਬੇਦੀਆਂ ਦੀ ਕੁੱਲ ਦੇ ਜੋ ਜੈ ਰਾਮ ਜੀ ਹੈ, ਉਹਨਾਂ ਦੇ ਪਿਤਾ ਪਰਮਾਨੰਦ ਜੀ ਹਨ, ਸਤਿਗੁਰੂ ਨਾਨਕ ਸਾਹਿਬ ਜੀ ਵੱਲੋਂ ਜੋ ਆਏ ਹੋਏ ਹੈ, ਉਹ ਤੇਰੇ ਘਰ ਆਏ ਸਮਝ। ਉੱਥੇ ਜਾ ਕਰਕੇ ਜਦੋਂ ਕਿਹਾ ਹੈ, ਇਹਨੇ ਸਾਰੀ ਸਮੱਗਰੀ ਚੰਗੀ ਤਰ੍ਹਾਂ ਜੋ ਖਾਣ ਪਿਆਉਣ ਦੀ ਲਾਗ ਦੀ ਬਣਦੀ ਸੀ ਉਹ ਮੰਗਵਾਈ, ਆਪਣੇ ਸੇਵਕਾਂ ਨੂੰ ਕਹਿ ਕੇ। ਮਹਾਰਾਜ ਜੀ ਦੇ ਪਿਤਾ ਜੀ ਭਾਈਆ ਜੈ ਰਾਮ ਜੀ, ਨਾਨਾ ਜੀ, ਮਾਮਾ ਜੀ ਸਾਰੇ ਜਦੋਂ ਚਲੇ ਗਏ ਘਰ, ਬੜੀਆਂ ਖੁਸ਼ੀਆਂ ਕੀਤੀਆਂ ਗਈਆਂ। ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ, ਇੱਧਰੋਂ ਇਹਨਾਂ ਨੇ ਕੀਤਾ। ਦੋਹੇਂ ਤਰਫਾਂ ਤੋਂ ਕੁੱਲ ਦੀ ਰੀਤੀ ਚੰਗੀ ਤਰ੍ਹਾਂ ਕੀਤੀ ਗਈ। ਇੱਕ ਦਿਨ ਉੱਥੇ ਰਹਿ ਕਰਕੇ ਖੁਸ਼ੀ ਬਾਅਦ ਵਿੱਚ ਵਿਦਾ ਹੋਏ ਆ, ਸੁਲਤਾਨਪੁਰ ਆਏ। ਪਿਤਾ ਕਲਿਆਣ ਚੰਦ ਜੀ ਚਾਹੁੰਦੇ ਕਿ ਹੁਣ ਮੈਂ ਆਪਣੇ ਘਰ ਜਾਵਾਂ, ਸਾਰਾ ਕਾਰਜ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਤਰ੍ਹਾਂ ਦੀ ਸਿੱਖਿਆ ਦੇ ਕੇ ਕਿ ਪੁੱਤਰ ਵੇਖੋ, ਤੁਹਾਡਾ ਆਉਂਦੇ ਸਾਲ ਨੂੰ ਸ਼ਾਦੀ ਹੈ ਅਤੇ ਤੁਸੀਂ ਹੁਣ ਖਰਚਾ ਵਿਆਹ ਦਾ ਇਕੱਠਾ ਕਰ ਲਓ, ਕਿਉਂਕਿ ਬਹੁਤ ਖਰਚੇ ਹੁੰਦੇ ਹੈ ਵਿਆਹਾਂ ਦੇ। ਮਹਾਰਾਜ ਨੇ ਸਿੱਖਿਆ ਦੇ ਕੇ ਘਰ ਨੂੰ ਚਾਲਾ ਮਾਰ ਦਿੱਤਾ। ਸਾਰੇ ਆਪੋ ਆਪਣੇ ਨਾਨਕੇ ਵੀ ਚਲੇ ਗਏ, ਪਿਤਾ ਕਲਿਆਣ ਚੰਦ ਹੋਣੀ ਵੀ ਚਲੇ ਗਏ। ਕੋਈ ਦਿਨ ਸੁਲਤਾਨਪੁਰ ਰਹਿ ਕੇ ਭੈਣ ਨਾਨਕੀ ਜੀ ਨੂੰ ਬਹੁਤ ਖੁਸ਼ੀ ਹੈ। ਗਵਾਂਢ ਦੀਆਂ ਇਸਤਰੀਆਂ ਨੂੰ ਸੱਦ ਕੇ ਮਾਈਆਂ ਨੂੰ ਖੁਸ਼ੀ ਦੇ ਗੀਤ ਗਾਏ ਹੈ। ਸੁਲਤਾਨਪੁਰ ਵਿੱਚੋਂ ਜੋ ਪਿਤਾ ਕਲਿਆਣ ਚੰਦ ਪਰਮਾਨੰਦ ਹੋਣੀ ਗਏ ਸਨ, ਪੱਖੋ ਕੇ ਰੰਧਾਵਾ ਮੂਲ ਚੰਦ ਸਤਿਗੁਰ ਜੀ ਦੇ ਜੋ ਸਹੁਰਾ ਜੀ ਸਨ, ਉਹਨਾਂ ਨੂੰ ਕਿਹਾ ਸੀ ਵੀ ਆ ਮੰਗਣੀ ਤਾਂ ਚਲੋ ਹੋ ਗਈ ਹੈ, ਅਤੇ ਚਲੋ ਅਸੀਂ ਚਾਹੁੰਦੇ ਹਾਂ ਵੀ ਆ ਵਿਆਹ ਵੀ ਛੇਤੀ ਲਿਖ ਦਿਓ, ਸਾਹਾ ਜਿਹੜਾ ਵੀ ਆਉਂਦੇ ਦਿਨਾਂ ਨੂੰ ਹੋ ਜਾਵੇ। ਸੁਣ ਕੇ ਪਰਮਾਨੰਦ ਜੀ ਨੇ ਮੂਲ ਚੰਦ ਖੱਤਰੀ ਜੀ ਨੂੰ ਜਾ ਵੱਖਰਾ ਜਿਹਾ ਕਰਕੇ ਕਿਹਾ ਹੈ। ਉਹ ਕਹਿੰਦਾ ਵੀ ਇਹ ਤਾਂ ਨਹੀਂ ਮੈਂ ਗੱਲ ਮੰਨਦਾ, ਹਜੇ ਜਦੋਂ 1 ਸਾਲ ਹੋ ਜਾਵੇਗਾ ਫਿਰ ਵਰ੍ਹੇ ਤੋਂ ਬਾਅਦ ਮੈਂ ਆਪਣੇ ਆਪ ਹੀ ਉਹ ਚੰਗੀ ਤਰ੍ਹਾਂ ਵਿਆਹ ਦੀ ਚਿੱਠੀ ਸਾਹ ਲਿਖ ਦਿਆਂਗਾ, ਫਿਰ ਸਾਰਾ ਆਪਾਂ ਉਹ ਕਰਾ ਲਵਾਂਗੇ। ਭਾਈ ਪਰਮਾਨੰਦ ਜੀ ਨੇ ਉਹ ਖਿੜੇ ਮੱਥੇ ਗੱਲ ਮੰਨੀ, ਪਿਤਾ ਕਲਿਆਣ ਚੰਦ ਨੂੰ ਦੱਸੀ। ਚਲੋ ਸਾਰੇ ਖੁਸ਼ੀ ਆ ਗਏ ਵਾਪਸ, ਆਪੋ ਆਪਣੇ ਸਥਾਨਾਂ 'ਤੇ ਚਲੇ ਗਏ। ਗੁਰੂ ਨਾਨਕ ਸਾਹਿਬ ਜੀ ਉਸੇ ਤਰ੍ਹਾਂ ਮੋਦੀ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹੀ ਸੁਭਾਅ ਸਖੀ ਪੁਣੇ ਵਾਲਾ ਰੱਖਿਆ ਹੈ। ਵਿਸਥਾਰ ਸਹਿਤ ਆਪਣੇ ਪ੍ਰਸੰਗ ਸਰਵਣ ਕਰ ਲਏ ਹਨ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ, ਆਪਾਂ ਮਹਾਰਾਜ ਦੀ ਕਥਾ ਵਿਚਾਰ ਸਰਵਣ ਕਰੀਏ। ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਸਰਵਣ ਕਰਨ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰੂ ਸਹਾਈ ਮਾਮਾ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਜੋ ਪੰਥ ਰਤਨ ਵਿਦਿਆ ਮਾਰਤੰਡ ਹਨ। ਜਿਵੇਂ ਸਤਿਗੁਰਾਂ ਦੀ ਮੰਗਲ ਲੜੀਵਾਰ ਰੂਪ ਵਿੱਚ ਕਰਦੇ ਆ ਰਹੇ ਸਨ। ਪਿਛਲੇ ਪ੍ਰਸੰਗ ਵਿੱਚ 6ਵੇਂ ਪਾਤਸ਼ਾਹ ਜੀ ਦਾ ਮੰਗਲ ਕੀਤਾ, ਹੁਣ 7ਵੇਂ ਗੁਰੂ ਜੀ ਦਾ ਮੰਗਲ ਕਰ ਰਹੇ ਹਨ। ਕਹਿੰਦੇ ਆ ਜੋ ਸੋਭਾ ਵਾਲੇ ਸ਼੍ਰੋਮਣੀ ਸਤਿਗੁਰੂ ਹਰਿ ਰਾਏ ਮਹਾਰਾਜ ਜੀ ਹਨ, ਉਹ ਮੇਰੇ ਸਹਾਇਕ ਹੈ, ਮੇਰੇ ਸਹਾਈ ਹਨ, ਸਹਾਇਤਾ ਕਰਨ ਵਾਲੇ। ਸਿਮਰ ਸਿਮਰ ਸੁਖ ਪਾਏ। ਉਹਨਾਂ ਨੂੰ ਸਿਮਰ ਕੇ, ਯਾਦ ਕਰਕੇ, ਚੇਤੇ ਕਰਕੇ ਅਸਾਂ ਨੇ ਪਹਿਲਾਂ ਵੀ ਸੁੱਖ ਪਾਇਆ ਹੈ, ਹੁਣ ਵੀ ਸੁੱਖ ਪਾ ਰਹੇ ਹਾਂ, ਅੱਗੇ ਵੀ ਉਹਨਾਂ ਨੂੰ ਸਿਮਰ ਕੇ ਸੁੱਖ ਪਾਵਾਂਗੇ। ਦਾਰਦ ਕਲਮਲ ਮਲ ਦਲਨਾ। ਜਿਨ੍ਹਾਂ ਸਤਿਗੁਰਾਂ ਨੂੰ ਯਾਦ ਕਰ ਕਰਕੇ ਸੁੱਖ ਪਾਏ ਹੈ, ਜੋ ਗੁਰੂ ਹਰਿ ਰਾਏ ਮਹਾਰਾਜ ਜੀ ਦਾਰਦ ਜਿਹੜੀ ਦਲਿਦਰੀ ਹੈ ਉਸ ਦੀ ਮੈਲ ਨੂੰ ਦੂਰ ਕਰ ਦੇਣ ਵਾਲੇ ਹੈ। ਜਿਹੜੀ ਗਰੀਬੀ ਹੈ, ਕੰਗਾਲਤਾਈ, ਉਹਨੂੰ ਖਤਮ ਕਰ ਦੇਣ ਵਾਲੇ ਗੁਰੂ ਹਰਿ ਰਾਏ ਮਹਾਰਾਜ ਜੀ। ਕਿਉਂਕਿ ਸਤਿਗੁਰੂ ਹਰਿ ਰਾਏ ਮਹਾਰਾਜ ਜੀ ਨੇ ਸਾਨੂੰ ਇਤਿਹਾਸ ਦੇ ਰਾਹੀਂ ਸਿੱਖਿਆ ਦਿੱਤੀ ਸੀ। ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਿ ਸੱਚਾ ਪਾਤਸ਼ਾਹ, ਜੇ ਕੋਈ ਆਪ ਜੀ ਦਾ ਸਿੱਖ ਬੜਾ ਗਰੀਬ ਹੋਵੇ ਅਤੇ ਕੋਈ ਬਹੁਤਾ ਦਾਨ ਪੁੰਨ ਕਰਨ ਜੋਗਾ ਨਾ ਹੋਵੇ, ਉਹ ਕਿਵੇਂ ਅਮੀਰੀ ਸਰਦਾਰੀ ਉਹਨੂੰ ਆ ਮਿਲੇਗੀ। ਕਿਉਂਕਿ ਦਾਨ ਪੁੰਨ ਕੀਤੇ ਤੋਂ ਬਿਨਾਂ ਸੱਚਾ ਪਾਤਸ਼ਾਹ ਅਮੀਰ ਨਹੀਂ ਹੋਇਆ ਜਾਂਦਾ। ਅਤੇ ਜਿਹੜਾ ਵਿਚਾਰਾ ਗਰੀਬ, ਹੁਣ ਉਹ ਕਿੱਥੋਂ ਦਾਨ ਪੁੰਨ ਇੰਨਾ ਕਰੇ, ਕਿਵੇਂ ਉਹ ਅਮੀਰ ਹੋਵੇਗਾ, ਕਿਵੇਂ ਉਹਦੇ ਘਰ ਸਰਦਾਰੀਆਂ, ਉਹਦੀ ਚੜ੍ਹਦੀ ਕਲਾ ਹੋਵੇਗੀ। ਅਤੇ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣੇ ਢੰਗ ਤਰੀਕੇ ਨਾਲ ਉਹ ਸਾਖੀ ਸੁਣਾਈ ਸੀ। ਇੱਕ ਸਮੇਂ ਵਿੱਚ ਸਿੱਖ ਸਨ, ਉਹ ਪੰਛੀ ਬਣੇ ਹੋਏ ਸੀ, ਕਿਉਂਕਿ ਉਹਨਾਂ ਨੇ ਕਿਸੇ ਸਿੱਖ ਨੂੰ ਜੂਠਾ ਜਾਠਾ ਖਵਾ ਦਿੱਤਾ ਸੀ, ਜਿਹਦੇ ਕਰਕੇ ਉਹਨਾਂ ਨੂੰ ਪੰਛੀਆਂ ਦਾ ਸਰੀਰ ਤਾਂ ਮਿਲ ਗਿਆ, ਪਰ ਉਹਨਾਂ ਨੂੰ ਸੋਝੀ ਸੀ ਪਿਛਲੀ। ਇੱਕ ਸਿੱਖ ਦੇ ਘਰ ਰਹਿੰਦੇ ਸੀ, ਉਹਦੇ ਘਰ ਦਾ ਦਾਣਾ ਚੁੱਗ ਚੁੱਗ ਕੇ ਗੁਰੂ ਕੇ ਲੰਗਰਾਂ ਵਿੱਚ ਪਾਉਂਦੇ ਰਹੇ, ਉਹਨਾਂ ਦੀ ਚੜ੍ਹਦੀ ਕਲਾ ਹੋਈ। ਫਿਰ ਜਦੋਂ ਉਹ ਸਿੱਖ ਦੀ ਚੜ੍ਹਦੀ ਕਲਾ ਹੋਈ, ਕੋਠੇ ਮਕਾਨ ਚੰਗੇ ਪਾਲੇ, ਪੰਛੀਆਂ ਦਾ ਆਲ੍ਹਣਾ ਉਹਨੇ ਤੋੜ ਦਿੱਤਾ। ਅਤੇ ਫਿਰ ਉਹ ਹੁਣ ਜਦੋਂ ਗੁਰੂ ਘਰ 'ਚੋਂ ਕੋਈ ਕਿਣਕਾ ਨਹੀਂ ਸੀ ਪੈਂਦਾ, ਕਿਉਂਕਿ ਪੰਛੀ ਉਹ ਇੱਕ ਇੱਕ ਦਾਣਾ ਚੁੱਕ ਕੇ ਪਾ ਕੇ ਆਉਂਦੇ ਸੀ ਗੁਰੂ ਕੇ ਲੰਗਰਾਂ ਵਿੱਚ, ਉਹਨਾਂ ਨੂੰ ਸੋਝੀ ਸੀ, ਗੁਰੂ ਕੇ ਸਿੱਖ ਸਨ ਉਹ, ਅਤੇ ਜੂਠਾ ਖਵਾਉਣ ਕਰਕੇ ਉਹ ਜੂਨ ਮਿਲੀ ਸੀ। ਉਹ ਸਿੱਖ ਦੀ ਫਿਰ ਉਸੇ ਤਰ੍ਹਾਂ ਹੀ ਗਰੀਬੀ ਉਹਨੂੰ ਆ ਗਈ। ਜਦੋਂ ਆਲ੍ਹਣਾ ਟੁੱਟ ਗਿਆ, ਪੰਛੀ ਹੁਣ ਦਾਣਾ ਨਹੀਂ ਸੀ ਦੇ ਕੇ ਆਉਂਦੇ, ਉਹਦੇ ਵਿਚਾਰੇ ਕਿਤੇ ਹੋਰ ਹੀ ਰਹਿਣ ਲੱਗ ਪਏ। ਫਿਰ ਉਹ ਸਿੱਖ ਮਹਾਰਾਜ ਕਹਿੰਦੇ ਸਾਡੇ ਪਾਸ ਆਇਆ ਸੀ, ਅਤੇ ਅਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਵੀ ਭਾਈ ਇਹ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਲਾਇਆ ਹੋਇਆ ਲੰਗਰ ਹੈ, ਜਿਹੜਾ ਇੱਥੇ ਕੋਈ ਆ ਕੇ ਤਿਲ ਫੁੱਲ ਭੇਟਾ ਕਰਦਾ ਹੈ, ਥੋੜ੍ਹਾ ਬਹੁਤਾ ਮੁੱਠੀ 2 ਮੁੱਠੀ ਦਾਣੇ, ਥੋੜ੍ਹਾ ਬਹੁਤਾ ਆਟਾ, ਦੁੱਧ ਆਦਿਕ, ਫਿਰ ਪਰ ਗੁਰੂ ਨਾਨਕ ਦੇਵ ਮਹਾਰਾਜ ਉਹਨੂੰ ਅਮੀਰ ਕਰ ਦਿੰਦੇ ਅਤੇ ਗਰੀਬੀ ਉਹਦੀ ਨਾਸ ਕਰ ਦਿੰਦੇ ਆ, ਕੰਗਾਲਤਾਈ ਉਹਦੀ ਨਾਸ ਕਰ ਦਿੰਦੇ। ਜਿਹੜੇ ਕੋਈ ਗੁਰੂ ਕੇ ਸਿਆਣੇ ਸਿੱਖ ਹੈ, ਉਹ ਮਹਾਰਾਜ ਜੀ ਦੀ ਸਿੱਖਿਆ ਜਦੋਂ ਸੁਣ ਲੈਂਦੇ ਜਾਂ ਪੜ੍ਹ ਲੈਂਦੇ ਆ, ਅਤੇ ਉਹ ਮਹਾਰਾਜ ਜੀ ਘਰ ਜਿਹੋ ਜਿਹੀ ਕਿਸੇ ਦੀ ਯਥਾ ਸ਼ਕਤ ਭੇਟਾ, ਜਿੰਨੇ ਜੋਗਾ ਵਿਚਾਰਾ ਉਹ ਦਿੰਦਾ ਰਹਿੰਦਾ ਹੈ। ਜਿਵੇਂ ਇੱਥੇ ਵੀ ਕਈ ਜਿੰਨਾ ਸਰਦਾ ਬਣਦਾ, ਗੁਰੂ ਮਹਾਰਾਜ ਘਰ ਦੁੱਧ, ਆਟਾ ਗਲਾਸੀ 2 ਗਲਾਸੀਆਂ, ਕਈ ਵੱਧ ਵੀ ਚੜ੍ਹਾ ਦਿੰਦੇ ਹੈ। ਜਿਹੜੇ ਸਿਆਣੇ ਆ, ਜਿਨ੍ਹਾਂ ਨੂੰ ਸਮਝ ਹੈ ਗੁਰੂ ਘਰ ਦੀ ਵੀ ਮਹਾਰਾਜ ਨੂੰ ਭੇਟਾ ਕਰ ਰਹੇ ਹਾਂ, ਵੀ ਦੇਵਾਂਗੇ ਥੋੜ੍ਹਾ ਅਤੇ ਗੁਰੂ ਜੀ ਨੇ ਕਿੰਨਾ ਅੱਗੋਂ ਦੇਣਾ ਹੈ। ਪਰ ਕੁਝ ਇਹੋ ਜਿਹੇ ਮੂਰਖ ਵੀ ਹੈ ਇਕੱਠੇ ਹੋਏ, ਜਿਹੜੇ ਕਹਿੰਦੇ ਵੀ ਉੱਥੇ ਕਾਹਨੂੰ ਚੜਾਉਣਾ, ਉੱਥੇ ਤਾਂ ਵਿਹਲੜ ਇਕੱਠੇ ਹੋਏ ਆ।
ਉੱਥੇ ਦੇ ਟੱਬਰ ਟੀਰ ਪਾਲਣ ਵਾਲੇ ਇਕੱਠੇ ਹੋਏ, ਉੱਥੇ ਕਾਹਦਾ ਆਟਾ ਦੁੱਧ ਦੇਣਾ, ਉਹਨਾਂ ਨੂੰ ਦੁੱਧ ਪਿਆਉਣਾ ਹੈ। ਪਰ ਇਹ ਨਹੀਂ ਸਮਝਦੇ ਵੀ ਉਹ ਜਿਹੜੇ ਉੱਥੇ ਗੁਰੂ ਘਰ ਵਿੱਚ ਰਹਿ ਰਹੇ ਉਹ ਤਾਂ ਗੁਰੂ ਦੇ ਆਸਰੇ ਹੀ ਹੈ। ਉਹਨਾਂ ਨੇ ਤੁਹਾਡੇ ਲੋਕਾਂ ਵਾਂਗ ਪੈਸਾ ਤਾਂ ਨਹੀਂ ਕੁੱਟਣਾ ਹੈ ਦੂਸਰਿਆਂ ਕੋਲ। ਅਤੇ ਹੁਣ ਜਿਹੜੇ ਸਾਡੇ ਵਰਗੇ ਕੋਈ ਬੰਦਗੀ ਨਹੀਂ ਕਰਦੇ, ਗੁਰੂ ਤੇ ਉਹਨਾਂ ਨੂੰ ਦੇ ਰਹੇ ਹੈ। ਅਤੇ ਜਿਹੜੇ ਕੋਈ ਨਾਮ ਜਪਣ ਵਾਲੇ ਹੈ ਵੀ ਮਹਾਰਾਜ ਨੇ ਉਹਨਾਂ ਦੇ ਮੁੱਖ ਵਿੱਚ ਹੀ ਤਾਂ ਟੁੱਕ ਪਾਉਣਾ ਹੀ ਹੈ, ਪਰ ਉਹ ਨਹੀਂ ਸਮਝਦੇ। ਕਹਿੰਦੇ ਵੀ ਉੱਥੇ ਦੇ ਵਿਹਲੜ ਇਕੱਠੇ ਹੋਏ ਆ, ਐਵੇਂ ਹੀ ਉਹਨਾਂ ਨੂੰ ਕੀ ਦੇਣਾ ਹੈ। ਆਪਣੇ ਹੁਣ ਇੱਥੇ ਛਮਾਈ ਆ ਹੀ ਜਾਣੀ ਹੈ, ਹਰ 6 ਮਹੀਨੇ ਬਾਅਦ ਆਉਂਦੀ ਹੈ ਛਮਾਈ ਫਸਲ। ਅਤੇ ਕਈਆਂ ਨੇ ਉਹ ਚੜ੍ਹਾਉਣਾ ਹੁੰਦਾ ਅਤੇ ਸੋਚਦੇ ਰਹਿੰਦੇ ਕਿਹੜੇ ਸਮੇਂ ਗੁਰੂ ਘਰ ਦੇ ਕੇ ਆਈਏ, ਹੁਣ ਗਏ ਤਾਂ ਫਲਾਣਾ ਚੁੱਕ ਲੂਗਾ, ਬਾਅਦ 'ਚ ਗਏ ਧੰਗਾਣਾ ਚੁੱਕ ਲੂਗਾ। ਪਰ ਇਹ ਨਹੀਂ ਸਮਝਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਭੇਟਾ ਕਰ ਰਹੇ ਹਾਂ, ਅਸੀਂ ਕਿਸੇ ਨੂੰ ਥੋੜ੍ਹੀ ਦੇ ਰਹੇ ਹਾਂ। ਉੱਥੋਂ ਜੇ ਚੁੱਕੂ ਤਾਂ ਕੋਈ ਗੁਰੂ ਘਰ ਦਾ ਜਾਂ ਦੇ ਸੇਵਾਦਾਰ ਚੁੱਕੂਗਾ ਜਾਂ ਗ੍ਰੰਥੀ ਸਿੰਘ ਚੁੱਕੂ, ਹੋਰ ਕੋਈ ਬਾਹਰੋਂ ਤੇ ਆ ਕੇ ਨਹੀਂ ਖੜ ਸਕਦਾ ਇੱਥੋਂ। ਪਰ ਉਹ ਮਨ 'ਚ ਜਿਹੜੀ ਉਹ ਸ਼ੰਕਾ ਜੀ ਬਣੀ ਉਹ ਮਾਰੀ ਜਾਂਦੀ ਹੈ ਵੀ ਇੱਥੇ ਗੁਰੂ ਘਰ ਚੜ੍ਹਾਵਾਂਗੇ, ਕੋਈ ਗੁਰੂ ਘਰ ਖਾਣ ਵਾਲੇ ਉਹ ਖਾਣਗੇ ਅਤੇ ਅਰਦਾਸ ਬੇਨਤੀ ਹੁੰਦੀ ਆ ਵੀ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਤੇਰੇ ਸਿੰਘਾਂ ਦੀ ਮਹਾਰਾਜ। ਵੀ ਅਰਦਾਸ ਤੇ ਤੁਹਾਡੀ ਹੋ ਰਹੀ, ਹੋਰ ਤੁਹਾਨੂੰ ਕੀ ਚਾਹੀਦਾ ਹੈ। ਅਤੇ ਉਹ ਸ਼ੰਕਾ ਕਰਦੇ ਹੈ ਕਿ ਸਾਲ ਖੰਡ ਬਾਅਦ 6 ਮਹੀਨੇ ਤੂੰ ਥੋੜ੍ਹਾ ਬਹੁਤ ਚੜ੍ਹਾਉਣਾ ਹੈ, ਤਾਂ ਵੀ ਤੇਰੇ ਮਨ 'ਚ ਇੰਨੀ ਸ਼ੰਕਾ, ਤਾਂ ਵੀ ਤੇਰੇ ਮਨ 'ਚ ਇੰਨਾ ਗਮ ਵੀ 6 ਮਹੀਨੇ ਫਿਰ ਕਿਵੇਂ ਦੇ ਦੂਸਰੇ ਦੇ ਕਿਵੇਂ ਲੰਘਦੇ ਜਦੋਂ 6 ਮਹੀਨੇ ਨਹੀਂ ਤੂੰ ਚੜ੍ਹਾਉਣਾ ਹੈ। ਇਹ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਮਝ ਕੇ ਜੇ ਚੜ੍ਹਾਈਏ ਅਸੀਂ ਤਾਂ ਸਾਨੂੰ ਕਦੀ ਸ਼ੰਕਾ ਨਾ ਹੋਵੇ ਵੀ ਗੁਰੂ ਘਰ ਵਿੱਚ ਤੁਸੀਂ ਚੜ੍ਹਾਓ, ਗੁਰੂ ਚਰਨਾਂ 'ਚ ਲਾ ਕੇ ਰੱਖ ਦਿੱਤਾ। ਇੱਥੋਂ ਜਿਹੜਾ ਕੋਈ ਖੜਦਾ ਹੈ ਉਹ ਆਪਣੇ ਸਿਰ ਬਸਿਰ ਖੜੇਗਾ। ਜੇ ਕੋਈ, ਕਿਉਂਕਿ ਗੁਰੂ ਘਰ ਦਾ ਜਿਹੜਾ ਕੋਈ ਖਾਣਾ ਪੀਣਾ ਹੈ ਉਹ ਬਿਨਾਂ ਕਮਾਈ ਤੋਂ ਖਾਧਾ ਨਹੀਂ ਜਾਂਦਾ। 10 ਦਿਨ ਲੰਗਰ ਗੁਰੂ ਘਰ ਕਾ ਖਾ ਕੇ ਵੇਖ ਲਓ, ਜੇ ਕਿਤੇ ਮੁੜ ਕੇ ਸਰੀਰ ਰਹਿ ਜੂ ਤਾਂ ਗੱਲ ਕਰਿਓ। ਇੱਥੇ ਭਗਤੀ ਹੋਊਗੀ, ਸੇਵਾ ਹੋਊਗੀ ਅਤੇ ਫਿਰ ਜਾ ਕੇ ਲੰਗਰ ਪਾਣੀ ਖਾਧਾ ਜਾਣਾ ਗੁਰੂ ਘਰ ਦਾ, ਜਾਂ ਤਾਂ ਭਰਨਾ ਪਊ। ਪਰ ਉਹ ਵਿਚਾਰੇ ਚੜ੍ਹਾਉਣਾ ਹੈ ਥੋੜ੍ਹਾ, ਸੋਚਣਾ ਹੈ ਜ਼ਿਆਦਾ। ਇਹ ਨਹੀਂ ਸੋਚਣਾ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਤੇਰੀ ਕਿਰਪਾ ਨਾਲ ਫਸਲ ਹੋਈ, ਅਸੀਂ ਚੜ੍ਹਾ ਦਿੱਤੀ ਹੈ। ਅੱਗੇ ਸਤਿਗੁਰੂ ਜੀ ਤੁਸੀਂ ਜਾਣੋ, ਜਿਵੇਂ ਉਹ ਚੇਤੋਂ ਮਸੰਦ ਨੂੰ ਗੁਰੂ ਕੇ ਸਿੱਖ ਨੇ ਉਹ ਦੇ ਦਿੱਤਾ ਸੀ ਚੂੜਾ, ਅਤੇ ਚੇਤੋਂ ਮਸੰਦ ਸਾਂਭ ਕੇ ਬਹਿ ਗਿਆ। ਪਰ ਮਹਾਰਾਜ ਅੰਤਰਜਾਮੀ ਤੇ ਜਾਣਦੇ ਹੀ ਹੈ। ਇਹੋ ਜਿਹੀਆਂ ਸ਼ੰਕਾ ਜਿਹੀਆਂ ਛੱਡ ਕੇ ਜਿਹੜੇ ਕੋਈ ਗੁਰੂ ਘਰ ਥੋੜ੍ਹਾ ਬਹੁਤਾ ਜਿੰਨਾ ਸਰਦਾ ਬਣਦਾ ਦੇਈ ਜਾਂਦੇ, ਮਹਾਰਾਜ ਉਹਨਾਂ ਨੂੰ ਭਾਗ ਲਾਉਂਦੇ ਹੈ, ਗਰੀਬੀ ਦੂਰ ਹੋ ਜਾਂਦੀ ਹੈ। ਜਿਹੜੇ ਇਤਿਹਾਸ ਸੁਣਦੇ ਆ ਉਹ ਸਮਝ ਜਾਂਦੇ ਆ ਵੀ ਆ ਜਿਹੜੀ ਹੁਣ ਕੰਗਾਲ ਦਾ ਹੀ ਆ ਰਹੀ ਘਰ, ਜਾਂ ਵੀ ਵਾਧਾ ਨਹੀਂ ਪੈ ਰਿਹਾ, ਕਾਰਨ ਕੀ ਹੈ। ਫਿਰ ਸਮਝ ਜਾਂਦੇ ਵੀ ਗੁਰੂ ਘਰ ਜਿਹੜਾ ਕੋਈ ਦੇਣਾ ਦੁਣਾ ਛੱਡਿਆ ਤਾਂ ਹੀ ਉਹ ਘਾਟਾ ਹੋ ਰਿਹਾ ਹੈ, ਅਤੇ ਫਿਰ ਉਹ ਗੁਰੂ ਘਰ ਚੜ੍ਹਾਉਣਾ ਸ਼ੁਰੂ ਕਰ ਦਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੋਈ ਤਿਲ ਫੁੱਲ, 1 ਮੁੱਠੀ ਦਾਣੇ, 2 ਮੁੱਠੀ ਦਾਣੇ, ਗਲਾਸੀ ਆਟੇ ਦੀ ਕਿੰਨੀ ਵੀ ਕੋਈ ਚੜ੍ਹਾਉਂਦਾ ਅਤੇ ਗੁਰੂ ਜੀ ਉਹਦਾ ਵੰਡੇ ਦਾ ਬਹੁਤ ਜ਼ਿਆਦਾ ਦਿੰਦੇ ਹੈ। ਮਹਾਰਾਜ ਨੂੰ ਕੋਈ ਘਾਟਾ ਨਹੀਂ ਹੈ। ਸਾਡੀ ਕਾਹਦੀ ਮਿਹਨਤ ਨਾਲੇ ਸਾਧ ਸੰਗਤ ਜੀ, ਜੇ ਫਸਲ ਹੋ ਰਹੀ ਆ ਉਹ ਕਰੁੰਬਲ ਕਿੱਥੋਂ ਨਿਕਲ ਰਹੇ, ਗੁਰੂ ਦੀ ਕਿਰਪਾ ਨਾਲ ਨਿਕਲ ਰਹੇ ਆ। ਉਹ ਤਾਂ ਨਹੀਂ ਕੱਢ ਸਕਦੇ, ਦਵਾਈਆਂ ਭਾਵੇਂ ਬਾਅਦ 'ਚ ਪਾ ਹੀ ਲੈਂਦੇ ਆ, ਪਰ ਜਿਹੜੀ ਫਸਲ ਜ਼ਮੀਨ 'ਚੋਂ ਪੈਦਾ ਹੋਣੀ ਉਹ ਨਹੀਂ ਕੱਢ ਸਕਦੇ, ਉਹ ਤਾਂ ਗੁਰੂ ਹੀ ਕੱਢਦੇ ਆ। ਇਵੇਂ ਗੁਰੂ ਨੂੰ ਜਿਹੜਾ ਅਰਪਣ ਕਰਨਾ ਹੈ ਗੁਰੂ ਦੇ ਚਰਨਾਂ ਵਿੱਚ, ਅਤੇ ਉਹ ਬੜਾ ਲਾਭਦਾਇਕ ਹੈ। ਜਿਹੜਾ ਕੋਈ 20-30 ਕਿਲੋ ਦਾਣੇ ਦੂਣੇ ਦੇ ਕੇ ਸੋਚਣਾ ਜ਼ਿਆਦਾ ਹੈ, ਗੱਲਾਂ ਜ਼ਿਆਦੀਆਂ ਕਰਨੀਆਂ, ਉਹ ਕੋਈ ਫਲਦਾ ਨਹੀਂ ਹੈ। ਮਹਾਰਾਜ ਤੇ ਕਹਿ ਰਹੇ ਆ ਵੀ ਤਨ ਮਨ ਆਗੇ ਰਾਖ ਕੇ ਉਭੀ ਸੇਵ ਕਰੇ, ਵੀ ਸਰੀਰ ਨੂੰ, ਮਨ ਨੂੰ, ਪੈਸੇ ਨੂੰ ਗੁਰੂ ਅੱਗੇ ਰੱਖ ਕੇ ਤੂੰ ਸੇਵਾ ਕਰਨੀ ਹੈ। ਅਤੇ ਜੇ ਚੜ੍ਹਾ ਕੇ 10-20 ਕਿਲੋ ਅਤੇ ਉਹ ਗੱਲਾਂ ਦੁਨੀਆ ਭਰ ਦੀਆਂ ਕਰ ਲੈਣੀਆਂ ਤਾਂ ਉਹ ਕਿਸੇ ਕੰਮ ਨਹੀਂ ਹੈ। ਫਿਰ ਇਹੋ ਜਿਹੀਆਂ ਕੋਈ ਗੱਲਾਂ ਸੁਣਦੇ ਅਤੇ ਕਹਿੰਦੇ ਵੀ ਇਹ ਤਾਂ ਭੜਕਾਊ ਗੱਲਾਂ ਹੈ। ਭੜਕਾਊ ਕੋਈ ਨਹੀਂ, ਅਸੀਂ ਇਹ ਕਹਿੰਦੇ ਭਾਈ ਤੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚੜ੍ਹਾ ਦਿੱਤਾ, ਤੂੰ ਸ਼ੰਕਾ ਨਾ ਕਰ,
ਤੂੰ ਤੇ ਇਹੀ ਕਹਿ ਮਹਾਰਾਜ ਤੇਰੇ ਚਰਨਾਂ 'ਚ ਆ ਗਿਆ, ਅੱਗੇ ਤੁਸੀਂ ਜਾਣੋ। ਇਸ ਤਰ੍ਹਾਂ ਇੱਥੇ ਕਵੀ ਜੀ ਉਹੀ ਗੱਲ ਦਾ ਇਸ਼ਾਰਾ ਕਰ ਰਹੇ ਹਨ, ਕਿਉਂਕਿ ਗੁਰੂ ਹਰਿਰਾਏ ਮਹਾਰਾਜ ਨੇ ਸਿੱਖ ਨੂੰ ਕਿਹਾ ਸੀ, ਭਾਈ ਤੇਰੇ ਘਰ 'ਚ ਦਾਣਾ ਪਾਣੀ ਆਉਣਾ ਬੰਦ ਹੋ ਗਿਆ ਹੈ। ਅੱਗੇ ਉਹ ਪੰਛੀ ਇੱਕ ਇੱਕ ਦਾਣਾ ਚੁੰਝ 'ਚ ਲਿਆ ਕੇ ਇੱਥੇ ਗੁਰੂ ਕੇ ਲੰਗਰ 'ਚ ਪਾਉਂਦੇ ਸੀ, ਢੇਰ 'ਚੋਂ ਤੇਰੇ 'ਚੋਂ ਚੁੱਕ ਕੇ, ਤਾਂ ਹੀ ਉਹ ਤੇਰੇ ਘਰ ਅਮੀਰੀ ਆਈ ਹੈ। ਤੂੰ ਹੁਣ ਮਕਾਨ ਚੰਗੇ ਪਾ ਲਿਓ, ਆਲਣਾ ਢੱਠ ਗਿਆ ਹੈ, ਪੰਛੀ ਉੱਥੋਂ ਚਲੇ ਗਏ ਹੈ, ਗੁਰੂ ਘਰ ਭੇਟਾ ਤੂੰ ਦਿੰਦਾ ਕੋਈ ਨਹੀਂ ਹੈ, ਤਾਂ ਤੈਨੂੰ ਘਾਟਾ ਹੋ ਗਿਆ ਹੈ। ਜੇ ਤੂੰ ਉਸੇ ਤਰ੍ਹਾਂ ਹੀ ਫੇਰ ਚਾਹੁੰਦਾ ਸਰਦਾਰੀ, ਗੁਰੂ ਘਰ ਜੋ ਸਰਦਾ ਬਣਦਾ, ਜਿੰਨੀ ਤੇਰੀ ਜਿਹੜੀ ਹੈ ਕਮਾਈ ਹੈ, ਜਿੰਨੇ ਕੁ ਤੇਰੇ ਕੋਲ ਹੈ ਯਥਾ ਸ਼ਕਤ, ਥੋੜ੍ਹਾ ਇੱਕ ਦਾਣਾ ਦੋ ਦਾਣੇ ਗੁਰੂ ਘਰ ਅਰਪਣ ਕਰ, ਅਤੇ ਆਪੇ ਗੁਰੂ ਮਹਾਰਾਜ ਤੇਰੇ ਚੜ੍ਹਦੀ ਕਲਾ ਕਰਨਗੇ। ਅੱਜ ਕੱਲ੍ਹ ਤਾਂ ਥੋੜ੍ਹਾ ਕੋਈ ਦੇਣ ਵਾਲੇ ਨੂੰ ਲੋਕ ਜਿਹੜੇ ਇੱਥੇ ਕੋਈ ਸੇਵਾ ਸੁਵਾ ਕਰਨ ਵਾਲੇ ਉਹ ਵੀ ਟੀਚਰਾਂ ਜੀ ਕਰਨ ਲੱਗ ਪੈਂਦੇ ਆ, ਕਿਤੇ ਥੋੜ੍ਹਾ ਲੈਣ ਤਾਂ ਅਤੇ ਉਹ ਮਖੌਲ ਆਪੋ ਵਿੱਚ ਹੀ ਕਰੀ ਜਾਣਗੇ, ਲਓ ਲੈਣ ਤਾਂ ਹੁਣ ਲਾ ਲਓ ਲੰਗਰੇ ਦਾ। ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਵਾਧੂ ਘਾਟੂ ਕਰਨੀਆਂ, ਇਹ ਤਾਂ ਨੁਕਸਾਨਦਾਈ ਹੈ, ਆਪਣਾ ਆਪ ਗਵਾਉਣ ਵਾਲੀ ਗੱਲ ਹੈ। ਗੁਰੂ ਘਰ ਮਹਾਰਾਜ ਕੋਈ ਪੰਜਾ ਚੜ੍ਹਾਵੇ, ਕੋਈ ਇੱਕ ਦੁੱਕੀ ਚੜ੍ਹਾਵੇ, ਉਹ 'ਤੇ ਲੱਖਾਂ ਸਮਾਨ ਹੈ ਜਿਹੜਾ ਕੋਈ ਸ਼ਰਧਾ ਨਾਲ ਚਾੜਦਾ ਹੈ, ਗੁਰੂ ਜੀ ਨੂੰ ਮੱਥਾ ਟੇਕਦਾ ਹੈ। ਅਤੇ ਜਿਹੜਾ ਕੋਈ ਸ਼ੰਕਾ ਕਰਕੇ ਭਾਵੇਂ 2 ਕਰੋੜ ਰੁਪਈਆ ਦੇ ਦਿਓ ਤਾਂ ਕਿਸੇ ਥਾਂ ਹੀ ਨਹੀਂ ਪੈਣਾ ਹੈ, ਉਹਦਾ ਦਿੱਤਾ ਲਿਆ ਕਿਸੇ ਕੰਮ ਨਹੀਂ ਹੈ। ਮਹਾਰਾਜ ਨੂੰ ਅਰਪਣ ਹੀ ਕਰੇ ਬਸ, ਸੱਚਾ ਪਾਤਸ਼ਾਹ ਤੇਰਾ ਦਿੱਤਾ ਹੈ, ਤੇਰੇ ਚਰਨਾਂ 'ਚ ਹੀ ਆ ਗਿਆ, ਸਾਡਾ ਇਹਦੇ ਵਿੱਚ ਕੀ ਹੈ। ਇਵੇਂ ਸ਼ਰਧਾ ਰੱਖੇ। ਇੱਥੇ ਮਹਾਰਾਜ ਗੁਰੂ ਹਰਿਰਾਏ ਮਹਾਰਾਜ ਜੀ ਦੀ ਮਹਿਮਾ ਕਵੀ ਜੀ ਕਰਦੇ ਹੋਏ ਕਹਿ ਰਹੇ ਹਨ ਕਿ ਦਾਰਦ ਕਲਮਲ ਮਲ ਦਾਲਣ। ਗੁਰੂ ਹਰਿਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹੈ ਜੋ ਦਰਿਦਰੀ ਦੀ ਮੈਲ ਨੂੰ ਵੀ ਦਲ ਮਲ ਦੇਣ ਵਾਲੇ, ਨਾਸ ਕਰ ਦੇਣ ਵਾਲੇ ਹੈ, ਪਾਪਾਂ ਦੀ ਮੈਲ ਨੂੰ ਵੀ ਨਾਸ ਕਰ ਦੇਣ ਵਾਲੇ ਗੁਰੂ ਹਰਿਰਾਏ ਮਹਾਰਾਜ ਜੀ। ਜੈ ਜੈ ਸ੍ਰੀ ਹਰਿਰਾਏ। ਐਸੇ ਸਤਿਗੁਰੂ ਹਰਿਰਾਏ ਮਹਾਰਾਜ ਜੀ ਦੀ ਜੈ ਹੋਵੇ, ਜੈ ਹੋਵੇ। ਸੱਚੇ ਪਾਤਸ਼ਾਹ ਜੀ ਤੁਹਾਡੀ ਸਦਾ ਹੀ ਫਤਿਹ ਹੈ, ਤੁਹਾਡੀ ਸਦਾ ਹੀ ਜਿੱਤ ਹੈ। ਸ੍ਰੀ ਬਾਲਾ ਸੰਦਰਵਾਚ ਚੌਪਈ ਸੁਨ ਸ੍ਰੀ ਅੰਗਦ ਕਰੁਣਾ ਖਾਨੀ। ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੀ ਖਾਨ ਖਜ਼ਾਨੇ ਮਹਾਰਾਜ। ਗੁਰ ਨਾਨਕ ਕੀ ਕਥਾ ਮਹਾਨੀ। ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਬੜੇ ਮਹਾਨ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਅਤੇ ਉਹਨਾਂ ਦੀ ਮਹਾਰਾਜ ਜੋ ਕਥਾ ਵੀ ਬੜੀ ਮਹਾਨ ਹੈ, ਸਭ ਤੋਂ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਐਸੇ ਸਤਿਗੁਰਾਂ ਦੀ ਕਥਾ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੋਂ ਸੁਣੋ। ਇਸ ਉਤਸਾਹੀ ਭਏ ਤੇ ਪਾਸ਼ੇ। ਜਦੋਂ ਮਹਾਰਾਜ ਦੀ ਮੰਗਣੀ ਦੀ ਉਹ ਖੁਸ਼ੀ ਹੋ ਗਈ ਹੈ, ਸਗਾਈ ਹੋ ਗਈ ਹੈ, ਉਸ ਤੋਂ ਪਿੱਛੋਂ ਮੋਦੀ ਕਾਰ ਚਲਾਵਹਿ ਆਛੇ। ਮਹਾਰਾਜ ਮੋਦੀ ਦਾ ਜਿਹੜਾ ਕੰਮ ਹੈ, ਮੋਦੀ ਖਾਨੇ ਦਾ ਕੰਮ, ਇਹ ਆਪਣੀ ਸਗਾਈ ਤੋਂ ਬਾਅਦ ਹੋਰ ਚੰਗੀ ਤਰ੍ਹਾਂ ਚਲਾਉਣ ਲੱਗੇ ਹੈ। ਚੰਗੀ ਤਰ੍ਹਾਂ ਦਾ ਇੱਥੇ ਇਹ ਅਰਥ ਨਹੀਂ ਹੈ ਮਹਾਰਾਜ ਜੀ ਦਾ ਕਿ ਵੀ ਹੁਣ ਪੈਸੇ ਮਹਾਰਾਜ ਜੋੜਨ ਲੱਗ ਪਏ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣਾ ਸਖੀ ਪੁਣੇ ਵਾਲਾ ਜਿਹੜਾ ਸੁਭਾਅ ਨਾ, ਦਿਲ ਖੁੱਲੀ ਵਾਲਾ, ਉਹ ਹੋਰ ਵਧਾ ਦਿੱਤਾ ਹੈ। ਮੋਦੀ ਖਾਨੇ ਦਾ ਕੰਮ ਗੁਰੂ ਜੀ ਇਸ ਪਿੱਛੋਂ ਹੋਰ ਵਾਧੀ ਚੰਗਾ ਕਰਨ ਲੱਗ ਪਏ ਹਨ। ਆਏ ਸ਼ੁਦਾ ਤੁਰ ਦੇ ਤੇ ਅਸਨਾ। ਜੇ ਕੋਈ ਭੁੱਖ ਨਾਲ ਵਿਆਕਲ ਵਿਚਾਰਾ ਕੋਈ ਗਰੀਬ ਆ ਜਾਂਦਾ ਹੈ, ਮਹਾਰਾਜ ਉਹਨੂੰ ਰਸਤ ਪਾਣੀ ਦੇ ਦਿੰਦੇ ਹੈ, ਲੂਣ ਮਿਰਚ ਆਟਾ ਦਾਣਾ ਆਦਿਕ ਭੋਜਨ ਦਾ ਜਿਹੜੀ ਰਸਤਾ ਉਹ ਦੇ ਦਿੰਦੇ ਆ ਕਿਸੇ ਨੂੰ ਵੇਂਦੇ ਭੁੱਖੇ ਨੂੰ। ਤੇ ਅਸਨ ਬਹੀਨ ਲਖੈ ਦੇ ਬਸਨਾ। ਜੇ ਕੋਈ ਆ ਜਾਂਦਾ ਵਿਚਾਰਾ ਵਸਤਰ ਤੋਂ ਬਿਨਾਂ, ਕੋਈ ਨੰਗ ਧੜੰਗ, ਤੇ ਉਹ ਗੁਰੂ ਜੀ ਪਾਸੋਂ ਮੰਗਦਾ, ਮਹਾਰਾਜ ਮੇਰੇ ਕੋਲ ਕੱਪੜਾ ਨਹੀਂ, ਮੈਂ ਸਰੀਰ ਢੱਕਣਾ ਹੈ। ਕੱਪੜੇ ਤੋਂ ਬਿਨਾਂ ਜਿਹਨੂੰ ਮਹਾਰਾਜ ਜਾਣਦੇ ਉਹਨੂੰ ਕੱਪੜਾ ਦੇ ਦਿੰਦੇ, ਭਾਈ ਲੈ ਆਪਣਾ ਤੂੰ ਨੰਗੇਜ ਕੱਜ ਲੈ। ਜਾਚ ਨਾ ਕੋ ਗਮਨਿ ਸ਼ੂਸ਼ਾ। ਜਿਹੜਾ ਵੀ ਸਤਿਗੁਰ ਜੀ ਦੇ ਮੋਦੀ ਖਾਨੇ ਹੱਟ ਵਿੱਚ ਮੰਗਣ ਵਾਲਾ ਮੰਗਤਾ ਆਉਂਦਾ ਹੈ,
ਉਹ ਲੈ ਕੇ ਜਾਂਦਾ, ਕੋਈ ਵੀ ਵਾਪਸ ਖਾਲੀ ਨਹੀਂ ਜਾਂਦਾ। ਆਏ ਵਿਦੇਸ਼ੀ ਆਪਨ ਪੁਛਾ। ਇਵੇਂ ਜਿਹੜੇ ਵਿਦੇਸ਼ਾਂ ਤੋਂ ਹੈ, ਸੁਲਤਾਨਪੁਰ ਦੇ ਤੇ ਬਹੁਤ ਜਾਣੇ ਆ ਰਹੇ ਹੈ, ਫਿਰ ਹੋਰਨਾਂ ਇਲਾਕਿਆਂ ਦੇ ਬਾਹਰੋਂ ਵੀ ਜਿਹੜੇ ਆ ਕੇ ਪੁੱਛਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਮੋਦੀਖਾਨਾ ਕਿੱਥੇ ਹੈ, ਉਹਨਾਂ ਦਾ ਹੱਟ ਕਿੱਥੇ ਹੈ, ਪੁੱਛ ਕੇ ਆ ਰਹੇ ਹਨ। ਵੱਡੀ ਭੋਰ ਦੇ ਦੇਵਨ ਲੱਗ ਹੈ। ਮਹਾਰਾਜ ਵੀ ਆ ਦਿਨ ਨਹੀਂ ਚੜ੍ਹਦਾ, ਸਵੇਰ ਤੋਂ ਹੀ ਮੋਦੀਖਾਨੇ ਵਿੱਚ ਵਸਤਾਂ ਦੇਣ ਲੱਗ ਪੈਂਦੇ ਆ। ਸੱਚੇ ਪਾਤਸ਼ਾਹ ਜੀ ਨੂੰ ਕਿਹੜੀ ਨੀਂਦ ਹੈ, ਜਿਵੇਂ ਅੱਜ ਕੱਲ੍ਹ ਲੋਕ 12 ਵਜੇ ਦੁਕਾਨਾਂ ਖੋਲ੍ਹਦੇ ਆ। ਗੁਰੂ ਜੀ ਨੇ ਕਿਹੜਾ ਕੋਈ ਵਪਾਰ ਕਰਨਾ। ਸੱਚੇ ਪਾਤਸ਼ਾਹ ਦਿਨ ਚੜ੍ਹੇ ਅੰਮ੍ਰਿਤ ਵੇਲੇ ਆਪਣਾ ਸਮਾਧੀ ਤੋਂ ਬਾਅਦ ਦੇਣ ਲੱਗ ਪੈਂਦੇ ਹਨ। ਜਾਮ ਨਿਸਾਲੋ ਸ਼ੂਸ਼ ਨਾ ਤਿਆਗ ਹੈ। ਸਵੇਰ ਤੋਂ ਲੱਗ ਪੈਂਦੇ, ਕਿਤੇ ਰਤਾ ਨਹੀਂ ਮਹਾਰਾਜ ਆਰਾਮ ਕਰਦੇ। ਸ਼ਾਮ ਰਾਤ ਪੈ ਜਾਂਦੀ, ਰਾਤ ਵੀ ਇੱਕ ਪਹਿਰ ਬੀਤ ਜਾਂਦੀ ਹੈ, ਭਾਵ 9 ਵੱਜ ਜਾਂਦੇ ਰਾਤ ਦੇ। 9 ਵਜੇ ਤੋਂ ਬਾਅਦ ਵੀ ਜੇ ਕੋਈ ਮੰਗਣ ਆ ਜਾਂਦਾ ਹੈ, ਸਤਿਗੁਰ ਜੀ ਨੂੰ ਦੇ ਕੇ ਘੱਲਦੇ ਆ, ਖਾਲੀ ਨਹੀਂ ਛੱਡਦੇ ਕਿਸੇ ਨੂੰ। ਦੌਲਤ ਖਾਨ ਸਪੂਰਨ ਸੈਨਾ। ਦੌਲਤ ਖਾਨ ਲੋਧੀ ਦੀ ਜਿਹੜੀ ਸਾਰੀ ਸੈਨਾ ਫੌਜ। ਆਨ ਅਸਨ ਆਪਨ ਤੇ ਲੈਣਾ। ਉਹ ਵੀ ਆ ਕੇ ਜਿਹੜਾ ਭੋਜਨ ਦੀਆਂ ਰਸਤਾਂ ਹੈ, ਜੋ ਭੋਜਨ ਬਣਾਉਣ ਲੱਗਿਆਂ ਆਟਾ ਦਾਲ ਲੂਣ ਮਿਰਚ ਚਾਹੀਦੀ ਹੈ, ਸਤਿਗੁਰ ਜੀ ਦੀ ਹੱਟ ਤੋਂ ਆ ਕੇ ਲੈਂਦੇ ਹਨ। ਦੇਸ਼ ਵਿਦੇਸ਼ੀ ਜਾਚਕ ਜੇਤੇ। ਦੇਸ਼ਾਂ ਦੇ ਭਾਵ ਸੁਲਤਾਨਪੁਰ ਦੇ, ਵਿਦੇਸ਼ਾਂ ਦੇ, ਬਾਹਰਲੇ ਇਲਾਕਿਆਂ ਦੇ ਹੋਰ ਵੀ ਜਿਹੜੇ ਆ ਮੰਗਤੇ ਮੰਗਣ ਵਾਲੇ ਜਿੰਨੇ ਵੀ ਹਨ। ਆਨ ਆਹਾਰ ਲਹਿ ਸਭ ਤੇਤੇ। ਉਹ ਸਾਰੇ ਆਣ ਕੇ ਮਹਾਰਾਜ ਜੀ ਦੇ ਪਾਸੋਂ ਭੋਜਨ ਦੀਆਂ ਰਸਤਾਂ ਬਸਤਾਂ ਲੈਂਦੇ ਹਨ। ਰਹਿ ਸਥਾਨ ਪੀਰ ਸੋ ਪੂਰਾ। ਸਤਿਗੁਰੂ ਜੀ ਦੇ ਮੋਦੀਖਾਨੇ ਵਾਲੇ ਸਥਾਨ ਤੇ ਐਵੇਂ ਬੜੀ ਤਗੜੀ ਭੀੜ ਲੱਗੀ ਰਹਿੰਦੀ ਮੰਗਣ ਵਾਲਿਆਂ ਦੀ। ਬਨਹਿ ਅਸੀਸ ਵਧਹਿ ਸੁਖ ਮੂਰਾ। ਜਦੋਂ ਮਹਾਰਾਜ ਖੁੱਲ੍ਹਾ ਹੀ ਦੇ ਦਿੰਦੇ ਰਸਤ ਬਸਤ, ਅਸੀਸਾਂ ਮੁਖੋਂ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸੁੱਖਾਂ ਦੇ ਮੁੱਢ, ਆਪ ਜੀ ਵਧੋ ਫੁੱਲੋ, ਆਪ ਜੀ ਦੀ ਚੜ੍ਹਦੀ ਕਲਾ ਹੋਵੇ। ਯਾ ਬਿਦ ਦੇਖਿਓ ਹਿਰਦੇ ਉਦਾਰਾ। ਇਸ ਤਰ੍ਹਾਂ ਵੇਖਿਆ ਜਦੋਂ ਹਿਰਦੇ ਵਿੱਚ ਸਤਿਗੁਰ ਜੀ ਦਾ ਹਿਰਦਾ ਜਦੋਂ ਖੁੱਲ੍ਹਾ ਵੇਖਿਆ, ਸਖੀ ਪੁਣੇ ਵਾਲਾ ਦਿਲ ਖੁੱਲੀ ਵਾਲਾ ਦਿਲ ਵੇਖਿਆ ਮਹਾਰਾਜ ਜੀ ਦਾ। ਪੁਰ ਕੇ ਨਰ ਮਿਲ ਕਰ ਹੈ ਵਿਚਾਰਾ। ਸੁਲਤਾਨਪੁਰ ਦੇ ਜਿਹੜੇ ਕੁਝ ਲੋਕ ਹੈ, ਜਿਹੜੇ ਕੋਈ ਬਹੁਤੇ ਸਿਆਣੇ ਵੀ ਨਹੀਂ ਤੇ ਬਹੁਤੇ ਵਿਗੜੇ ਵੀ ਨਹੀਂ ਹੈ, ਉਹ ਇਹੋ ਜਿਹੀਆਂ ਵਿਚਾਰਾਂ ਕਰਦੇ ਇਕੱਠਿਆਂ ਹੋ ਕੇ। ਨਿਸਬਾਸੁਰ ਦੇ ਦਾਨ ਮਹਾਨਾ। ਕਹਿੰਦੇ ਵੀ ਆ ਵੇਖੋ, ਆ ਰਾਤ ਹੋਵੇ ਦਿਨ ਹੋਵੇ, ਇਹ ਜੋ ਮੋਦੀਖਾਨਾ ਚਲਾਉਣ ਵਾਲੇ ਗੁਰੂ ਨਾਨਕ ਸਾਹਿਬ ਹੈ, ਮਹਾਨ ਵੱਡਾ ਹੀ ਦਾਨ ਪੁੰਨ ਦੇਈ ਜਾਂਦੇ ਹਨ। ਵੱਡ ਦਾਨੀ ਹੈ ਭੂਪ ਸਮਾਨਾ। ਇਹ ਮੋਦੀਖਾਨੇ ਚਲਾਉਣ ਵਾਲਾ ਮੋਦੀ ਜੋ ਹੈ ਵੱਡਾ ਹੀ ਦਾਨੀ ਹੈ, ਜਿਵੇਂ ਰਾਜਾ ਹੋਵੇ ਰਾਜਾ ਸਮਾਨ ਹੈ ਦਾਨੀ। ਤੁਰਕਨ ਕੇ ਪੈਸੇ ਭੁਖੂ ਹੈ। ਜਿਹੜੇ ਬਹੁਤੀ ਮੰਦੀ ਮੱਤ ਵਾਲੇ ਹੈ ਈਦ ਖਾਲੂ, ਉਹ ਤੇ ਇਵੇਂ ਕਹਿੰਦੇ ਆ, ਕਹਿੰਦੇ ਵੀ ਜੋ ਤੁਰਕ ਹੈ ਨਵਾਬ ਦੌਲਤ ਖਾਨ ਲੋਧੀ, ਉਹਦਾ ਤੇ ਅਜਾਈਏ ਪੈਸਾ ਗਵਾਈ ਜਾ ਰਿਹਾ ਹੈ ਮੋਦੀ। ਰੰਚਕ ਤਰਾਸ ਹਿਰਦੇ ਨਹਿ ਹੋਵੈ। ਵੀ ਕੈਸਾ ਹੈ ਨਿਡਰ ਹੈ ਭੋਰਾ ਮਾਤਰ ਵੀ ਇੰਨਾ ਉਹ ਕੱਟੜ ਸਖਤ ਹੈ ਨਵਾਬ ਦੌਲਤ ਖਾਂ, ਉਹਦਾ ਰੰਚਕ ਮਾਤਰ ਭੋਰਾ ਮਾਤਰ ਵੀ ਇਹਨੂੰ ਡਰ ਨਹੀਂ ਹੋ ਰਿਹਾ ਹਿਰਦੇ ਵਿੱਚ। ਜਾਣਤ ਹੈ ਹਮ ਕਾਲ ਕੇ ਆਜੂ। ਬਾਕੀ ਅਸੀਂ ਸਭ ਜਾਣਦੇ ਹਾਂ ਵੀ ਅੱਜ ਕੇ ਕੱਲ। ਨਾਨਕ ਜਾਵਹਿ ਹਿਆ ਤੇ ਭਾਜੋ। ਇਹ ਜੋ ਨਾਨਕ ਹੈ ਨਾ ਮੋਦੀ, ਇਹ ਵੇਖ ਲਓ ਅੱਜ ਤੇ ਕੱਲ ਭਾਜੀ ਜਾਣਾ, ਭਗੌੜਾ ਹੋ ਜਾਣਾ ਇਹਨੇ। ਦੋਹਰਾ ਤੁਰਕਨ ਤਸਕਰ ਹੋਏ ਕੈ। ਨਵਾਬ ਦੌਲਤ ਖਾਂ ਲੋਧੀ ਦਾ ਜਦੋਂ ਇਹ ਭੱਜ ਗਿਆ, ਫਿਰ ਚੋਰ ਖਵਾਇਆ ਜਾਊਗਾ, ਚੋਰ ਉਹਦਾ ਹੋ ਕੇ ਜਾਵੇ ਗੋ ਜਬ ਪਾਜ। ਜਦੋਂ ਇਹ ਹੁਣ ਇੱਥੇ ਦਈ ਜਾ ਰਹੇ ਖੁੱਲਾ, ਤੇ ਜਦੋਂ ਆ ਹਿਸਾਬ ਕਿਤਾਬ ਵਿੱਚ ਘਾਟਾ ਘੂਟਾ ਹੋ ਗਿਆ,
ਸਾਨੂੰ ਤੇ ਇਵੇਂ ਦਿਸ ਰਿਹਾ ਵੀ ਅੱਜ ਨਹੀਂ ਤੇ ਕੱਲ੍ਹ ਇਹਨੇ ਭੱਜ ਪੁੱਜ ਜਾਣਾ ਹੈ। ਨਵਾਬ ਦੌਲਤ ਖਾਂ ਦਾ ਚੋਰ ਹੋ ਕੇ ਜਦੋਂ ਭੱਜ ਗਿਆ, ਗਹਲੇ ਵਹ ਜੈ ਰਾਮ ਕੋ, ਉਹ ਫਿਰ ਇਹ ਤੇ ਭੱਜ ਜਾਵੇਗਾ। ਇਹਦਾ ਜੋ ਰਿਸ਼ਤੇਦਾਰ ਜੈ ਰਾਮ ਹੈ ਉਹਨੂੰ ਫੜ ਲੈਣਗੇ। ਜਾਏ ਤਾਹੇ ਕੀ ਲਾਜ, ਉਹ ਜੈ ਰਾਮ ਦੀ ਜਿਹੜੀ ਨਹੀਂ ਇੱਜ਼ਤ ਬਣੀ, ਉਹਦੀ ਇੱਜ਼ਤ ਪੱਤ ਜਾਂਦੀ ਰਹੂਗੀ। ਆ ਨਾਮ ਖਰਾਬ ਹੋ ਜੂ ਸੁਲਤਾਨਪੁਰ ਵਿੱਚ। ਜੋ ਪਈ ਜੇ ਮਤ ਮੰਦ ਹਿਤੂ ਜੈ ਰਾਮਾ, ਜਿਹੜਿਆ ਮੰਦੀ ਮਤ ਵਾਲੇ, ਥੋੜੀ ਮਤ ਵਾਲੇ ਸਨ, ਪਰ ਭਾਈਆ ਜੈ ਰਾਮ ਦੇ ਕੁਝ ਹਿੱਤ ਰੱਖਣ ਵਾਲੇ ਵੀ, ਉਹਦੇ ਨਾਲ ਪ੍ਰੇਮ ਜਿਹਾ ਵੀ ਰੱਖਣ ਵਾਲੇ ਸੀ। ਮਿਲ ਕਰ ਚੱਲ ਆਏ ਤੇ ਧਾਮਾ, ਇਵੇਂ ਸਲਾਹ ਕਰਕੇ ਇਕੱਠਾ ਹੋ ਕੇ ਟੋਲਾ ਮਿਲ ਕਰਕੇ ਇੱਕ ਦਿਨ ਭਾਈਆ ਜੈ ਰਾਮ ਦੇ ਘਰ ਆ ਗਏ। ਬੋਲੇ ਕਾਂਕੀ ਕਰ ਲੈ ਬੈਸੇ, ਵੱਖਰਿਆਂ ਕੱਲਿਆਂ ਜਿਹਾ ਕਰਕੇ ਤੇ ਸਾਰੇ ਇਕੱਠੇ ਹੋ ਕੇ ਬੋਲਣ ਲੱਗੇ। ਕਹਿਨ ਚਿੰਤ ਰਹਿ ਤੂੰ ਕੈਸੇ, ਉਹ ਜੈ ਰਾਮਾ ਕਿਵੇਂ ਤੂੰ ਘਰ ਵਿੱਚ ਬੇਫਿਕਰ ਹੋ ਕੇ ਕਿਸ ਤਰ੍ਹਾਂ ਬੈਠਾ ਰਹਿੰਦਾ ਹੈ? ਨਿਤ ਪ੍ਰਤ ਜੋ ਖੋਵਤ ਅਤ ਦਰਬਾਰ, ਉਹ ਜੋ ਤੇਰੇ ਰਿਸ਼ਤੇਦਾਰ ਹੈ ਨਾ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਕਿਹਾ ਜਾਂਦਾ ਹੈ, ਉਹ ਰੋਜ਼ ਦੀ ਰੋਜ਼ ਆ ਬੜਾ ਪੈਸਾ ਬਰਬਾਦ ਕਰੀ ਜਾ ਰਹੇ ਹਨ। ਸੋ ਸਮਝ ਹੋਰ ਆਪਣੇ ਸਰਬਾ, ਉਹ ਤੂੰ ਸਮਝ ਲਾ ਵੀ ਤੇਰਾ ਆਪਣਾ ਹੀ ਪੈਸਾ ਹੈ। ਬਾਦ ਖੋਏ ਸੋ ਜਾਏ ਪਲਾਈ, ਹੁਣ ਉਹ ਵਿਅਰਥੀ ਆ ਪੈਸਾ ਧੇਲਾ ਮੋਦੀ ਖਾਨੇ ਵਿੱਚ ਖੁੱਲਾ ਦਾਨ ਪੁੰਨ ਦੇ ਕੇ ਗਵਾਈ ਜਾ ਰਹੇ ਹੈ। ਵੇਖ ਲਈ ਇੱਕ ਦਿਨ ਉਹਨਾਂ ਭੱਜ ਜਾਣਾ ਹੈ। ਸਗਰੋ ਝਗੜਾ ਤੁਝ ਘਰ ਪਾਈ, ਸਾਰਾ ਜਿਹੜਾ ਝਗੜਾ ਉਹ ਤੇਰੇ ਗਲ ਪਾ ਜਾਣਾ ਉਹਨਾਂ। ਸੋ ਖਰਚਨ ਕੋ ਲਖਤ ਆਸਾਨਾ, ਉਹ ਆ ਜਿਹੜੇ ਮਾਇਆ ਨੂੰ ਖਰਚਣਾ ਨਾ, ਨੂੰ ਖਰਚਣ ਨੂੰ ਉਹ ਬੜਾ ਸੌਖਾ ਹੀ ਸਮਝਦੇ ਹੈ। ਤੁਝ ਕੋ ਮੁਸ਼ਕਲ ਬਨ ਹੈ ਮਹਾਨਾ, ਤੇ ਤੈਨੂੰ ਮੁਸ਼ਕਲ ਬੜੀ ਵੱਡੀ ਬਣ ਜਾਣੀ, ਉਹ ਹੁਣ ਸੌਖਾ ਸਮਝਦੇ ਆ। ਪੈਸਾ ਖਰਚਣਾ ਖੁੱਲਾ ਵਰਤਾਈ ਜਾ ਰਹੇ ਹੈ। ਜਦੋਂ ਭੱਜ ਪੁੱਜ ਗਿਆ ਗੱਲ ਤੇਰੇ ਫਾਹੀ ਪੈਣੀ ਵੱਡੀ। ਭੂਪਤ ਪੂਰ ਲੇਹ ਨਿਜ ਲੇਖਾ, ਤੈਨੂੰ ਪਤਾ ਹੀ ਹੈ ਨਵਾਬ ਦੌਲਤ ਖਾਂ ਪਠਾਨ ਹੈ, ਬੜਾ ਸਖਤ। ਉਹ ਰਾਜੇ ਨੇ ਤੇ ਵੀ ਆਪਣਾ ਜਿਹੜਾ ਪੂਰਾ ਲੇਖਾ ਜੋਖਾ ਗਿਣ ਗਿਣ ਕੇ ਲੈਣਾ ਹੈ। ਚਲ ਹੈ ਇਲਾਜ ਨਾ ਤੂੰ ਦੇ ਸੇਖਾ, ਉੱਥੇ ਫਿਰ ਕੋਈ ਲਾਜ ਚਾਰਾ ਨਹੀਂ ਚੱਲਣਾ। ਤੇ ਜਦੋਂ ਕੋਈ ਹਿਸਾਬ ਕਿਤਾਬ ਹੋਇਆ ਥੁੜ ਥੜ ਗਿਆ ਤੇ ਤੈਨੂੰ ਹੀ ਬਾਕੀ ਦੇਣਾ ਪੈਣਾ ਜੈ ਰਾਮਾ। ਦੀਰਘ ਦਰਸ਼ੀ ਜੇ ਮਤਵਾਨਾ, ਕਿਉਂਕਿ ਜਿਹੜੇ ਬੁੱਧੀ ਵਾਲੇ ਹੁੰਦੇ ਆ ਉਹ ਬੜੀ ਦੀਰਘ ਲੰਮੀ ਦ੍ਰਿਸ਼ਟੀ ਵਾਲੇ ਹੁੰਦੇ, ਉਹ ਦੂਰ ਅੰਦੇਸ਼ੀ ਹੁੰਦੇ, ਲੰਮਾ ਸੋਚਦੇ ਆ। ਕਰ ਹੈ ਨਾ ਅਸ ਪ੍ਰਕਾਰ ਤਨਹਾਨਾ, ਉਹ ਇਸ ਤਰ੍ਹਾਂ ਪੈਸੇ ਨੂੰ ਨਾਸ ਨਹੀਂ ਕਰਦੇ, ਉਹ ਦੂਰ ਦ੍ਰਿਸ਼ਟੀ ਨਾਲ ਵੇਖਦੇ ਵੀ ਅੱਜ ਨਹੀਂ ਕੱਲ ਨੂੰ ਮੁੜ ਕੇ ਪੈਸੇ ਦੀ ਜ਼ਰੂਰਤ ਪੈਣੀ, ਕਦੇ ਔਖੇ ਹੋਵਾਂਗੇ। ਪਾਲ ਸਖਾਈ ਕੋ ਲਖ ਮੀਤਾ, ਬਾਕੀ ਜੈ ਰਾਮ ਤੂੰ ਤੇ ਸਾਡਾ ਬਾਲ ਸਖਾ ਹੈ, ਲੰਗੋਟੀ ਯਾਰ ਹੈ, ਐਵੇਂ ਮਿੱਤਰ ਜਾਣ ਕੇ। ਤੇਰਿਓ ਹੋਤ ਹੇਤ ਵਿਪਰੀਤਾ, ਅਸੀਂ ਉਹ ਗਏ ਸਾਂ ਹੱਟ ਵੱਲ, ਵੇਖਿਆ ਜਾ ਕੇ ਤੇਰੇ ਤੋਂ ਸਾਰਾ ਉਲਟੀ ਹੋ ਰਿਹਾ ਹੈ, ਤੇਰੇ ਭਲੇ ਤੋਂ ਉਲਟੀ ਹੋ ਰਿਹਾ, ਜਾ ਕੇ ਵੇਖਿਆ ਅਸੀਂ। ਸਹਿ ਨਾ ਸਕੇ ਹਮ ਇਹ ਮਨ ਮਾਹੀ, ਜਦੋਂ ਵੇਖਿਆ ਵੀ ਇੱਥੇ ਤੇ ਬਹੁਤ ਉਲਟੀ ਗੱਲ ਹੋ ਰਹੀ ਹੈ ਤੇਰੇ ਵਾਸਤੇ, ਵੀ ਤੈਨੂੰ ਬੜੀ ਤੰਗੀ ਪਰੇਸ਼ਾਨੀ ਆਵੇਗੀ, ਵੇਖ ਲਾ ਜੈ ਰਾਮਾ ਅਸੀਂ ਸਹਾਰ ਨਹੀਂ ਸਕੇ। ਅਪਰ ਹੇਤ ਕੋ ਜਾਣਹ ਨਾਹੀ, ਬਾਕੀ ਤੇਰੇ ਕੋਲ ਆਉਣ ਦਾ ਸਾਡਾ ਹੋਰ ਕੋਈ ਜਿਹੜਾ ਕਾਰਨ ਤੂੰ ਨਾ ਜਾਣ ਸਮਝ। ਤੁਝ ਸਮਝਾਵਨਾ ਕੋ ਮਿਲ ਆਏ, ਸਾਡਾ ਤੂੰ ਯਾਰ ਹੈ, ਮਿੱਤਰ ਹੈ, ਤੈਨੂੰ ਸਮਝਾਉਣ ਵਾਸਤੇ ਆ ਇਕੱਠੇ ਹੋ ਕੇ ਆਏ ਹਾਂ। ਕਰਹੁ ਆਪ ਜੈਸੇ ਮਨ ਪਾਏ, ਬਾਕੀ ਵੀ ਤੇਰੇ ਉਹ ਰਿਸ਼ਤੇਦਾਰ ਮਰਜ਼ੀ ਤੇਰੀ, ਜਿਵੇਂ ਤੇਰੇ ਮਨ ਨੂੰ ਚੰਗਾ ਲੱਗਦਾ ਤੂੰ ਉਵੇਂ ਕਰ ਕਰਾ ਲੈ। ਪਾਵਸ ਸਮ ਪਿਸ਼ਨਨ ਕੀ ਬਾਣੀ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਸੱਚਿਆ ਪਾਤਸ਼ਾਹ, ਇਹ ਜਿਹੜੀ ਜਿਵੇਂ ਹੁੰਦੀ ਨਾ ਬਰਸਾਤ ਦੀ ਰੁੱਤ ਤੇ ਮੀਂਹ ਪੈਣੋਂ ਨਹੀਂ ਹਟਦਾ ਹੈ, ਇਵੇਂ ਚੁਗਲਾਂ ਦੀ
ਉਹ ਬਰਸਾਤ ਰੁੱਤ ਵਰਗੀ ਆ ਬੋਲੀ ਬਾਣੀ ਸੀ। ਚਿੰਤ ਆਪਗਾ ਕੀਨ ਮਹਾਨੀ। ਬਰਸਾਤਾਂ 'ਚ ਜਿਵੇਂ ਮੀਂਹ ਪੈਂਦਾ ਹੈ ਤੇ ਨਦੀਆਂ ਵੱਡੀਆਂ ਵੱਡੀਆਂ ਭਰ ਜਾਂਦੀਆਂ, ਇਵੇਂ ਕਲਿਆਣ ਜਿਹੜਾ ਜੈ ਰਾਮ ਹੈ ਉਹਦੇ ਹਿਰਦੇ ਵਿੱਚ ਜਿਹੜੀ ਚਿੰਤਾ ਰੂਪੀ ਨਦੀ ਇਹਨਾਂ ਬੜੀ ਵੱਡੀ ਉਹ ਮਹਾਨ ਹੀ ਵਧਣਾ ਕੀਤੀ ਹੈ। ਕਮਲ ਕੋਮਲੰ ਮਨ ਜੈ ਰਾਮ। ਜਿਸ ਜੈ ਰਾਮ ਦਾ ਆ ਹਿਰਦਾ ਜਿਹੜਾ ਮਨ ਕਮਲ ਦੇ ਫੁੱਲ ਵਰਗਾ ਕੋਮਲ ਕੂਲਾ ਸੀ। ਉਖਰਿਓ ਧੀਰਜ ਮੂਲ ਅਥਾਮੋ। ਉਹ ਧੀਰਜ ਰੂਪੀ ਜਿਹੜਾ ਮੁੱਢ ਹੈ ਉਹ ਮੁੱਢੋਂ ਹੀ ਉਖੜ ਗਿਆ। ਮਨ ਕਮਲ ਬਿਨਾ ਰੋਕਣ ਵਾਲਾ, ਨਾ ਰੋਕੇ ਜਾਣ ਵਾਲਾ ਜਿਹੜਾ ਨਦੀ ਦਾ ਪ੍ਰਵਾਹ ਕਰਕੇ। ਯਤਨ ਤੀਰ ਕਿਤ ਪਾਇਤ ਨਾਹੀ। ਐਸੀ ਚਿੰਤਾ ਦੀ ਨਦੀ ਵਗੀ ਹੈ ਕਿ ਜੈ ਰਾਮ ਨੂੰ ਜਿਹੜੀ ਉੱਪੀ ਕੋਈ ਹੀਲਾ ਹੀ ਕਰ ਲਾਂ, ਯਤਨ ਕਰ ਲਾਂ, ਯਤਨ ਰੂਪੀ ਕਿਨਾਰਾ ਤੇ ਕਿਤੇ ਪਾ ਹੀ ਨਹੀਂ ਰਿਹਾ ਵਿਚਾਰਾ। ਬਹਿਓ ਪਰਵਾਹੇ ਗਟੀ ਕੇ ਮਾਹੀ। ਗਿਣਤੀਆਂ ਦੇ ਵਿੱਚ ਫਸਿਆ ਗਿਣਤੀਆਂ ਗਿਣਦਾ ਹੈ, ਉਹ ਗਿਣਤੀਆਂ ਦੇ ਪ੍ਰਵਾਹ ਵਿੱਚ ਹੀ ਜੈ ਰਾਮ ਰੁੜਦਾ ਜਾ ਰਿਹਾ ਹੈ। ਆਸ ਕਹਿ ਗਮਨੇ ਆਪਨਨ ਕੀਤਾ। ਉਹ ਚੁਗਲਾਂ ਨੇ ਚੁਗਲੀ ਮਾਰ ਕੇ ਇਵੇਂ ਕਹਿ ਕਰਕੇ ਉਹ ਤੇ ਆਪੋ ਆਪਣੀ ਘਰੇ ਚਲੇ ਗਏ। ਹੋਤੇ ਜੋ ਮੂਰਖ ਦੁਸ਼ਟ ਚੇਤਾ। ਜੋ ਬੜੇ ਮੂਰਖ ਸੀ ਤੇ ਦੁਸ਼ਟ ਸੀ, ਆ ਬੇਸਮਝ, ਜਿਨ੍ਹਾਂ ਨੂੰ ਰੱਬ ਤੇ ਕਿਤੇ ਚੇਤੇ ਹੈ ਹੀ ਨਹੀਂ ਸੀ। ਬੈਸਹਿ ਸਦਨਾ ਨੀਵ ਕਰ ਗਰੀਵਾ। ਇੱਧਰ ਉਹਦੇ ਚੁਗਲੀ ਲਾ ਕੇ ਘਰ ਚਲੇ ਗਏ ਐ। ਚਿੰਤਾ ਚਿਖਾ ਬਰਾਬਰ ਹੈ। ਚਿੰਤਾ ਜਿਹੜੀ ਉਹ ਚਿਖਾ ਦੇ ਸਮਾਨ, ਕਿ ਜਾਂ ਬੰਦਾ ਮੌਤ 'ਚ ਪਿਆ ਤੇ ਚਿੰਤਾ 'ਚ ਪਿਆ ਇੱਕ ਸਮਾਨ ਹੀ ਹੈ। ਜਿਹਦੀ ਮੌਤ ਹੁੰਦੀ ਉਹਦੇ ਇੱਕ ਦਿਨ ਮਰ ਜਾਂਦਾ ਹੈ, ਜਿਹਨੂੰ ਚਿੰਤਾ ਹੁੰਦੀ ਉਹ ਰੋਜ਼ ਰੋਜ਼ ਵਿਚਾਰਾ ਮਰਦਾ ਹੈ, ਘੜੀ ਘੜੀ ਮਰਦਾ ਹੈ। ਇੱਧਰ ਭਾਈਆ ਜੈ ਰਾਮ ਜੀ ਘਰ ਵਿੱਚ ਨੀਵੀਂ ਜੀ ਧੌਣ ਕਰਕੇ ਗਰਦਨ ਕਰਕੇ ਬੈਠਾ ਰਹਿੰਦੇ ਹੈ। ਮਨਹ ਬਨਿਓ ਚਿੰਤਾ ਕੀ ਸੀਵਾ। ਭਾਈਆ ਜੈ ਰਾਮ ਜੀ ਵੱਲ ਵੇਖ ਤੇ ਐਵੇਂ ਲੱਗਦਾ ਮਾਨੋ ਕਹਿੰਦੇ ਚਿੰਤਾ ਦੀ ਤੇ ਹੱਦ ਹੀ ਹੈ। ਭਾਵ ਇਹਦੇ ਤੋਂ ਅੱਗੇ ਤੇ ਕੋਈ ਚਿੰਤਾ ਹੀ ਨਹੀਂ ਦਿਸ ਰਹੀ। ਨਿਸ ਦਿਨ ਬੀਤੇ ਗਿਣਤਿਓ ਗਿਣਤੀ। ਰਾਤ ਵੀ ਦਿਨ ਵੀ ਲੰਘ ਜਾਂਦਾ ਗਿਣਤੀਆਂ ਗਿਣਦਿਆਂ ਹੀ। ਕਰੈ ਦੀਨਾ ਹੁਵੈ ਪ੍ਰਭ ਸੋ ਬਿਨਤੀ। ਬੜਾ ਦੀਨ ਗਰੀਬੜਾ ਹੋ ਕੇ ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਹੈ, ਪਰਮੇਸ਼ਰ ਮੇਰੀ ਇੱਜ਼ਤ ਤੇਰੇ ਹੱਥ ਹੀ ਹੈ ਹੁਣ। ਉਰੇ ਅੰਤਰ ਮਾਨਤ ਬਹੁ ਖੇਤਾ। ਹਿਰਦੇ ਵਿੱਚ ਬੜਾ ਸੋਚਦਾ ਹੈ ਵੀ ਗੁਰੂ ਨਾਨਕ ਸਾਹਿਬ ਖੁੱਲਾ ਦੇਈ ਜਾਂਦੇ ਆ, ਇਹਨਾਂ ਇੱਕ ਦਿਨ ਭੱਜ ਜਾਣਾ ਹੈ, ਆ ਲੇਖਾ ਜੋਖਾ ਮੈਨੂੰ ਦੇਣਾ ਪਊ, ਫੜਿਆ ਮੈਂ ਜਾਣਾ ਹੈ। ਜਿਸ ਕਰਕੇ ਹਿਰਦੇ ਵਿੱਚ ਬਹੁਤ ਦੁੱਖ ਮੰਨਦਾ ਹੈ। ਲਹਿਰ ਨ ਕਿਸ ਟਿਗ ਭਾਖ ਪੇਦਾ। ਅੰਦਰ ਅੰਦਰ ਚਿੰਤਾ ਖਾਈ ਜਾਂਦੀ, ਬਾਹਰ ਕਿਸੇ ਨੂੰ ਆਪਣੇ ਦਿਲ ਦਾ ਭੇਦ ਨਹੀਂ ਦੇ ਰਹੇ। ਜਬੈ ਨਾਨਕੀ ਦਸ਼ਾ ਬਿਲੋਕੀ। ਇੱਧਰ ਭੈਣ ਨਾਨਕੀ ਜੀ ਨੇ ਜਦੋਂ ਆਪਣੇ ਪਤੀ ਦੀ ਆ ਦਸ਼ਾ ਹਾਲਤ ਵੇਖੀ ਹੈ। ਹਰਖਹੀਨ ਪਤ ਕੀ ਮਤ ਸ਼ੋਕੀ। ਵੇਖਿਆ ਵੀ ਪਤੀ ਦੀ ਜਿਹੜੀ ਬੁੱਧੀ ਹੈ ਉਹ ਤੇ ਖੁਸ਼ੀ ਤੋਂ ਹੀਣੀ ਹੋ ਗਈ ਤੇ ਗਮ ਵਿੱਚ ਹੀ ਪਈ ਹੋਈ ਹੈ। ਹਿਰਦੈ ਗੁਣ ਹੈ ਕੋ ਭਇਓ ਕੋ ਕਾਜੂ। ਭੈਣ ਨਾਨਕੀ ਜੀ ਨੇ ਵੇਖ ਕੇ ਉਸੇ ਵੇਲੇ ਵਿਚਾਰਿਆ ਹੈ ਵੀ ਜ਼ਰੂਰ ਕੋਈ ਨਾ ਕੋਈ ਮਾੜਾ ਹੀ ਕੰਮ ਹੋ ਗਿਆ ਲੱਗਦਾ। ਚਿੰਤ ਮਾਨ ਹੁਵੈ ਬੈਠਿਓ ਆਜੂ। ਜਿਸ ਕਰਕੇ ਮੇਰੇ ਪਤੀ ਅੱਜ ਬੜੇ ਚਿੰਤਾ ਵਾਲੇ ਹੋ ਕੇ ਬੈਠੇ ਹਨ। ਤੁਲਸਾ ਦਾਸੀ ਭੇਵ ਜਨਾਇਆ। ਇੱਧਰ ਕੋਲ ਹੀ ਖੜੀ ਸੀ ਮਾਈ ਤੁਲਸਾ ਦਾਸੀ, ਉਹਨੇ ਸਾਰਾ ਇਹ ਭੇਦ ਜਣਾਇਆ ਹੈ। ਸੁਨਹੁ ਬੱਧੂ ਮੈਂ ਜਿਉ ਲਖ ਪਾਇਆ। ਬੱਧੂ ਨਹੀਂ, ਸੁਣੋ ਬਧੂ। ਮਾਈ ਤੁਲਸਾ ਦਾਸੀ ਜੀ ਨੇ ਕਿਹਾ ਹੈ ਕਿ ਇਹ ਜੈ ਰਾਮ ਦੀ ਘਰ ਵਾਲੀ ਨਾਨਕੀ ਧੀਏ ਮੇਰੀ ਗੱਲ ਸੁਣ, ਜਿਵੇਂ ਮੈਂ ਜਾਣ ਪਾਇਆ ਹੈ। ਇੱਕ ਦਿਵਸ ਮਿਲ ਮਨੁਜ ਭਲੇਂਗੇ। ਭਲੇਰੇ ਦੁਬਾਰਾ ਪੜ। ਇੱਕ ਦਿਵਸ ਮਿਲ ਮਨੁਜ ਭਲੇਰੇ। ਇੱਕ ਦਿਨ ਦੀ ਗੱਲ ਹੈ ਕਿ ਬਹੁਤ ਜਿਹੜੇ ਆ ਚੰਗੇ ਚੰਗੇ ਪਿੰਡ ਦੇ ਬੰਦੇ ਇਕੱਠੇ ਹੋ ਕੇ ਮੈਂ ਅਵਲੋਕੇ ਆਵਤ ਡੇਰੇ। ਮੈਂ ਆਪਣੇ ਆ ਘਰ ਮਕਾਨ ਡੇਰੇ ਵਿੱਚ ਆਉਂਦੇ ਵੇਖੇ ਹਨ। ਤਾਂ ਦਿਨ ਤੇ ਇਹ ਚਿੰਤਾ
ਚਿੰਤਾ ਮਾਨਾ। ਉਹ ਜਿਸ ਦਿਨ ਦੇ ਉਹ ਮਨੁੱਖ ਇਕੱਠੇ ਹੋ ਕੇ ਆਏ ਨਾ ਚੰਗੇ ਚੰਗੇ ਸੁਲਤਾਨਪੁਰ ਦੇ, ਉਸ ਦਿਨ ਦੀ ਇਹ ਜੈ ਰਾਮ ਨੇ ਚਿੰਤਾ ਮਨ ਵਿੱਚ ਮੰਨੀ ਹੋਈ ਹੈ। ਹੋ ਜਾਣਹਿ ਕਿਆ ਤਿਨਹਿ ਬਖਾਨਾ। ਕੌਣ ਜਾਣੇ ਕੀ ਜਾਣੇ ਵੀ ਉਹਨਾਂ ਨੇ ਆ ਕੇ ਕੀ ਚੁਗਲੀ ਕੀਤੀ, ਕੀ ਕਿਹਾ ਹੈ। ਸੁਨਤ ਨਾਨਕੀ ਸੁਮਤ ਸਜੂਤੀ। ਭੈਣ ਨਾਨਕੀ ਜੀ ਨੇ ਸੁਣਿਆ ਹੈ, ਜਿਨ੍ਹਾਂ ਦੀ ਸ੍ਰੇਸ਼ਟ ਮੱਤ ਹੈ ਤੇ ਬਹੁਤ ਅਕਲ ਮੱਤ ਵਾਲੇ, ਬੁੱਧੀ ਵਾਲੇ। ਲਖ ਲੀਨੀ ਕੀਨਾ ਕਿਨ ਦੂਤੀ। ਉਹ ਜਾਣ ਲਿਆ ਮਨ ਵਿੱਚ ਹੀ ਵੀ ਜ਼ਰੂਰ ਕਿਸੇ ਨਾ ਕਿਸੇ ਨੇ ਚੁਗਲੀ ਕੀਤੀ ਹੈ। ਫਿਰ ਨਿਕਟ ਬੈਠ ਪਤ ਕੋ ਸਮਝਾਇਆ। ਭੈਣ ਨਾਨਕੀ ਜੀ ਪਤੀ ਜੈ ਰਾਮ ਦੇ ਕੋਲ ਬੈਠੀ ਹੈ ਤੇ ਬੈਠ ਕੇ ਬਹੁਤ ਸਮਝਾਇਆ ਕਿ ਹੇ ਪਤੀ ਮੇਰੇ, ਕਿਉਂ ਔਰ ਭਰਮੇ ਤੁਮ ਸੁਖਦਾਇਆ। ਸੁੱਖਾਂ ਨੂੰ ਦੇਣ ਵਾਲੇ ਪਤੀ ਜੀ, ਆ ਕਿਉਂ ਤੁਹਾਡਾ ਜਿਹੜਾ ਹਿਰਦਾ ਉਹ ਭਰਮ ਗਿਆ, ਸੰਸੇ 'ਚ ਪੈ ਗਿਆ ਹੈ। ਪੂਰਬ ਪਤਾ ਲਿਓ ਭਲ ਦੇਖੀ। ਮੈਨੂੰ ਸਭ ਪਤਾ ਹੈ ਜਿਹੜੀ ਤੁਹਾਨੂੰ ਚਿੰਤਾ ਹੈ। ਹੇ ਪਤੀ, ਆ ਪਹਿਲਾਂ ਵੀ ਤੇ ਤੁਸਾਂ ਨੇ ਪਰਤਿਆਵਾ ਪਰਤਾ ਕੇ ਚੰਗੀ ਤਰ੍ਹਾਂ ਵੇਖ ਹੀ ਲਿਆ ਹੈ। ਔਰ ਮਹਿ ਸ਼ਰਦਾ ਤਰਹੁ ਵਿਸ਼ੇਖੀ। ਕਿ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਪਹਿਲਾਂ ਵੀ ਆਪਾਂ ਸ਼ੰਕਾ ਕੀਤੀ ਸੀ ਤੇ ਲੇਖਾ ਜੋਖਾ ਹਿਸਾਬ ਕਿਤਾਬ ਹੋਇਆ ਤੇ ਚੰਗੀ ਤਰ੍ਹਾਂ ਆਪਾਂ ਪਰਤਾਵਾ ਕਰਕੇ ਵੇਖ ਹੀ ਲਿਆ ਹੈ। ਇਸ ਕਰਕੇ ਹੇ ਪਤੀ, ਹੁਣ ਤੂੰ ਹਿਰਦੇ ਵਿੱਚੋਂ ਉਹਨਾਂ ਦੇ ਵਰਥਾਏ ਸ਼ਰਧਾ ਨਾ ਛੱਡ, ਸਗੋਂ ਬਹੁਤੀ ਸ਼ਰਧਾ ਨੂੰ ਰੱਖ। ਸਭ ਨ ਜਾਣ ਪਨਹਿ ਜੇ ਮਨ। ਜਿਹੜੇ ਮਨੁੱਖ ਆ ਨਾ ਇਹ ਸਾਰੇ ਬੇਸਮਝ ਉਹੀਓ ਇਹ ਗੱਲਾਂ ਕਹਿੰਦੇ ਹਨ। ਤਿਨ ਕੇ ਭੇਵ ਮੰਦ ਨਹਿ ਜਾਣਵ। ਉਹ ਤਿਨ ਕੇ ਭੇਵ ਮੰਦ ਨਹਿ ਜਾਣਵ। ਜਿਹੜੇ ਮਨੁੱਖ ਹੈਗੇ ਨਾ ਮੰਦੀ ਮੱਤ ਵਾਲੇ, ਉਹ ਗੁਰੂ ਨਾਨਕ ਸਾਹਿਬ ਜੀ ਦਾ ਭੇਦ ਨਹੀਂ ਜਾਣਦੇ। ਉਹ ਗੁਰੂ ਨਾਨਕ ਦੇ ਮਹਾਰਾਜ ਨੂੰ ਸਮਝ ਨਹੀਂ ਸਕਦੇ ਵੀ ਸੱਚੇ ਪਾਤਸ਼ਾਹ ਕੈਸੇ ਮਹਾਨ ਹੈ। ਕਈ ਸਾਧ ਸੰਗਤ ਜੀ ਮਿਲਦੇ ਆ, ਸੁਣ ਕੇ ਬੜਾ ਦੁੱਖ ਹੁੰਦਾ ਇਹਨਾਂ ਦੀ ਕਥਾ ਸੁਣ ਕੇ, ਉਹਨਾਂ ਦੇ ਪ੍ਰਚਾਰ ਸੁਣ ਕੇ। ਜਦੋਂ ਕਹਿੰਦੇ ਆ ਨਾ ਵੀ ਬਾਬਾ ਨਾਨਕ ਦੇ ਬੜਾ ਸਿਆਣਾ ਸੀ, ਉਦੋਂ ਇੰਨਾ ਦੁੱਖ ਹੁੰਦਾ ਮਨ 'ਚ ਵੀ ਤੂੰ ਐਡਾ ਪ੍ਰਚਾਰਕ ਬਣਿਆ ਫਿਰਦਾ ਹੈ, ਤੂੰ ਇੰਨਾ ਆਪਣੇ ਆਪ ਨੂੰ ਕਥਾਵਾਚਕ ਮੰਨਦਾ ਹੈ, ਹਜੇ ਤੱਕ ਤੈਨੂੰ ਇਹ ਬੋਲਣ ਦਾ ਪਤਾ ਨਹੀਂ ਆਇਆ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਪੂਰਾ ਲੈਣਾ, ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ। ਤੇ ਤੂੰ ਕਹਿੰਦਾ ਵੀ ਗੁਰੂ ਨਾਨਕ ਬੜਾ ਸਿਆਣਾ ਸੀ। ਬੜਾ ਸਿਆਣਾ ਮਤਲਬ ਕੁਝ ਹੱਦ ਤੱਕ, ਇਹ ਤੇ ਹੱਦ ਹੁੰਦੀ ਬੜਾ ਸਿਆਣੇ ਦੀ। ਸੱਚੇ ਪਾਤਸ਼ਾਹ ਦੇ ਮਹਾਰਾਜ ਬੇਅੰਤ ਹਨ ਤੇ ਮਹਾਰਾਜ ਜੀ ਤੋਂ ਬਿਨਾਂ ਕਦੀ ਬੋਲੀਦਾ ਨਹੀਂ। ਤੇ ਅਸੀਂ ਕੀ ਕੁਝ ਕਹੀ ਜਾਂਦੇ ਹਾਂ। ਕਈਆਂ ਨੇ ਪ੍ਰਚਾਰਕਾਂ ਨੇ ਤੇ ਪੱਕੀ ਗੱਲ ਹੀ ਆਪਣੀ ਜ਼ੁਬਾਨ 'ਤੇ ਰੱਟ ਲਈ ਆ ਵੀ ਬਾਬਾ ਨਾਨਕ ਕਹਿੰਦਾ, ਬਾਬਾ ਨਾਨਕ ਉੱਥੇ ਗਿਆ। ਦੂਜੀ ਉਹਨਾਂ ਨੂੰ ਗੱਲ ਆਉਂਦੀ ਹੀ ਨਹੀਂ। ਗੁਰੂ ਮਹਾਰਾਜ ਨੂੰ ਗੁਰੂ ਕਹਿਣਾ ਤੇ ਲੋਕ ਭੁੱਲ ਹੀ ਗਏ, ਬਸ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ। ਇਹ ਨਹੀਂ ਸਮਝ ਆਉਂਦੀ ਵੀ ਤੂੰ ਐਡਾ ਗਿਆਨੀ ਹੈ, ਤੂੰ ਚਾਹੁੰਦਾ ਵੀ ਲੋਕ ਮੈਨੂੰ ਜੀ ਜੀ ਕਰਕੇ ਕਹਿਣ ਵੀ ਫਲਾਣਾ ਗਿਆਨੀ ਸਿੰਘ ਜੀ, ਤੇ ਤੂੰ ਮਹਾਰਾਜ ਨੂੰ ਬਾਬਾ ਨਾਨਕ ਹੀ ਕਹਿ ਕੇ ਸਾਰ ਲਵੇਂ। ਇਹ ਕਿੱਥੋਂ ਦੀ ਤੇਰੀ ਸਿਆਣਪ ਹੈ। ਤੂੰ ਮਤਲਬ ਪ੍ਰਚਾਰਕ ਕਥਾਵਾਚਕ ਤੂੰ ਹੈ ਹੀ ਨਹੀਂ ਕੋਈ। ਜੇ ਤੂੰ ਹੋਵੇਂ ਤੇ ਗੁਰੂ ਮਹਾਰਾਜ ਦਾ ਸਤਿਕਾਰ ਕਰੇ। ਮਾਤੜ ਗਿਆਨੀ ਅਮਰਜੀਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਕਥਾਵਾਚਕ ਬਾਬਾ ਜੀ ਕੋ ਪੜ੍ਹਦੇ ਰਹੇ ਆ। ਜਦੋਂ ਉਹਨਾਂ ਕੋ ਪੜ੍ਹਦੇ ਰਹੇ ਆ 2 ਸਾਲ ਉਹਨਾਂ ਦੀ ਕਥਾ ਸੁਣੀ ਹੈ। 2 ਸਾਲਾਂ ਦੇ ਵਿੱਚ ਉਹਨਾਂ ਇੱਕ ਦਿਨ ਵੀ ਇਹ ਨਹੀਂ ਕਿਹਾ ਵੀ ਸਿੱਧਾ ਗੁਰੂ ਨਾਨਕ ਹੀ ਕਹਿ ਦਿੱਤਾ ਐਵੇਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਵੇਂ ਉਹ ਬਚਨ ਕਹਿੰਦੇ ਸਨ। ਉਹਨਾਂ ਵੱਲੋਂ ਸੁਣ ਸੁਣਾ ਕੇ ਗੁਰੂ ਜੀ ਮਹਾਰਾਜ ਦੇ ਮੱਤ ਪ੍ਰਾਪਤ ਹੋਈ ਵੀ ਗੁਰੂ ਮਹਾਰਾਜ ਦਾ ਨਾਮ ਜਦੋਂ ਲੈਣਾ ਹੈ, ਜਾਂ ਤਾਂ ਪੂਰਾ ਨਾਮ ਲੈਣਾ ਤੇ ਜਾਂ ਸਿੱਧਾ ਕਹਿਣਾ ਵੀ ਸਤਿਗੁਰੂ ਮਹਾਰਾਜ ਜੀ। ਬਾਬਾ ਨਾਨਕ ਇਹ ਕਹਿਣਾ ਯੋਗ ਨਹੀਂ ਸਾਨੂੰ ਲੋਕਾਂ ਨੂੰ। ਕੋਈ ਹੁਣ ਇਹ ਪ੍ਰਮਾਣ ਦੇ ਦੇਵੇ ਕੋਈ ਕਥਾਵਾਚਕ, ਇਹ ਗੁਰਬਾਣੀ 'ਚ ਆਉਂਦਾ ਹੈ ਬਾਬਾ ਨਾਨਕ ਆਖੇ ਇਹੋ ਵਿਚਾਰ, ਕਿ ਉੱਥੇ ਕਿਉਂ ਲਿਖਿਆ ਹੈ। ਅਸੀਂ ਉਹਨੂੰ ਪੁੱਛਦੇ ਹਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਆਪ ਗੁਰੂ ਨਾਨਕ ਸਾਹਿਬ ਜੀ ਹੈ, ਤੇ ਗੁਰੂ ਮਹਾਰਾਜ ਜੀ ਦੇ ਵੱਡੇ ਵਡੇਰੇ ਹੋ ਗਏ। ਮਤਲਬ ਤੂੰ ਵੱਡੇ ਵਡੇਰੇ ਮਹਾਰਾਜ ਨੂੰ ਸਮਝਦਾ ਆਪਣੇ ਹੈ, ਜਾਂ ਤੂੰ ਗੁਰੂ ਜੀ ਨੂੰ ਸਮਝਦਾ ਆਪਣੇ ਸ਼ਰੀਕੇ ਦੇ ਸਮਝਦਾ, ਸ਼ਰੀਕਾ ਸਮਝਦਾ ਗੁਰੂ ਜੀ ਨੂੰ ਵੀ ਤੇਰੇ ਵੱਡੇ ਵਡੇਰੇ ਹੈ।
ਫਿਰ ਤੂੰ ਚੇਲਾ ਕਿੱਥੋਂ ਹੋਇਆ ਜਦੋਂ ਤੂੰ ਸਰੀਕਾ ਹੀ ਬਣਾ ਕੇ ਬੈਠ ਗਿਆ ਹੈ। ਜਿਹੜਾ ਗੁਰੂ ਕਾ ਸਿੱਖ ਉਹਦੇ ਬਹੁਤ ਸਾਧ ਸੰਗਤ ਜੀ ਨਿਮਾਣਾ ਤੇ ਨੀਵਾ ਹੈ। ਸੱਚੇ ਪਾਤਸ਼ਾਹ ਮਹਾਨ ਹੈ ਮਹਾਰਾਜ, ਤੇ ਗੁਰੂ ਕੇ ਸਿੱਖ ਨੂੰ ਗੁਰੂ ਦੇ ਬਰਾਬਰੀ ਦੇ ਹੋ ਕੇ ਤੇ ਗੁਰੂ ਜੀ ਨੇ ਇਹੋ ਜਿਹੇ ਬੋਲ ਕਬੋਲ ਨਹੀਂ ਬੋਲਣੇ ਚਾਹੀਦੇ। ਸਿੱਧਾ ਬਾਬਾ ਨਾਨਕ ਗਿਆ, ਬਾਬਾ ਨਾਨਕ ਨੇ ਆਹ ਕੀਤਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਬਖਸ਼ੋ, ਅਸੀਂ ਤਾਂ ਨਹੀਂ ਇੱਦਾਂ ਕਹਿਣਾ ਚਾਹੁੰਦੇ। ਉਹ ਜਿਹੜੇ ਪ੍ਰਚਾਰਕ ਕਹਿੰਦੇ ਉਹਨਾਂ ਦੀ ਬੋਲੀ ਵਿੱਚ ਬੋਲ ਕੇ ਦੱਸ ਰਹੇ ਆ। ਇੱਥੇ ਕਥਾ ਵਿੱਚ ਵੀ ਜੇ ਕਦੇ ਅਧੂਰਾ ਬਚਨ ਰਹਿ ਗਿਆ ਹੋਵੇ ਤੇ ਉਹ ਸਾਧ ਸੰਗਤ ਜੀ ਉਹ ਆਪ ਜੀ ਨੂੰ ਕਥਾ ਵਿੱਚ ਹੀ ਦੱਸਿਆ ਸੀ ਕਿ ਮਹਾਰਾਜ ਜੀ ਦੇ ਉਹ ਜਿਸ ਵਕਤ ਉਸ ਤਰ੍ਹਾਂ ਦੀ ਸਾਰੀ ਵਿਧੀ ਵਿਧਾਨ ਵਰਤੀ ਕਵੀ ਸਾਹਿਬ ਜੀ ਨੇ ਉਵੇਂ ਲਿਖਿਆ ਹੈ, ਜਿਹਦੇ ਕਰਕੇ ਉਹ ਕਥਾ ਨੂੰ ਉਸੇ ਤਰ੍ਹਾਂ ਪੇਸ਼ ਕਰਦਿਆਂ ਕਿਤੇ ਕਿਤੇ ਇਹੋ ਜਿਹੀ ਬੋਲ ਬਾਣੀ ਬੋਲੀ ਗਈ ਹੈ ਵੀ ਮਹਾਰਾਜ ਦੇ ਨਾਮ ਗੁਰੂ ਨਾਨਕ ਸਾਹਿਬ ਜੀ ਕਰਕੇ ਨਹੀਂ ਲਿਆ ਗਿਆ। ਕਿਉਂਕਿ ਮਾਤਾ ਜੀ ਗੁਰੂ ਜੀ ਨਹੀਂ ਕਹਿੰਦੇ ਸੀ, ਮਾਤਾ ਜੀ ਤਾਂ ਇਵੇਂ ਕਹਿੰਦੇ ਸੀ ਨਾਨਕ ਪੁੱਤਰ। ਕਿਉਂਕਿ ਮਾਤਾ ਜੀ ਨੂੰ ਜੇ ਪਤਾ ਲੱਗ ਜਾਵੇ ਵੀ ਗੁਰੂ ਜੀ ਹੈ ਤੇ ਮਾਤਾ ਜੀ ਫਿਰ ਉਹਨਾਂ ਸਤਿਗੁਰੂ ਜੀ ਨੂੰ ਘਰੋਂ ਨਾ ਜਾਣ ਦਿੰਦੇ ਕਦੀ ਵੀ। ਸੱਚੇ ਪਾਤਸ਼ਾਹ ਜੀ ਨੇ ਆਪ ਹੀ ਉਹ ਸਾਰੇ ਭੇਦ ਰੱਖੇ। ਰਾਏ ਬਲਾਰ ਜੀ ਨੇ ਸਮਝਿਆ ਮਹਾਰਾਜ ਜੀ ਨੂੰ ਤੇ ਉੱਥੇ ਉਹ ਖੁਦਾ ਕਹਿੰਦੇ ਰਹੇ ਹੈ। ਜਿਹੜੇ ਨਹੀਂ ਸਮਝੇ ਸਤਿਗੁਰੂ ਜੀ ਦੇ ਸਹੁਰਾ ਜੀ, ਸਤਿਗੁਰੂ ਜੀ ਦੀ ਸੱਸ, ਪਿਤਾ ਜੀ, ਤੇ ਉਹ ਬੋਲ ਕਬੋਲ ਬੋਲ ਦਿੰਦੇ ਰਹੇ ਆ ਕਿਉਂਕਿ ਭੇਦ ਨਹੀਂ ਸਮਝ ਸਕੇ ਆ। ਇਸ ਕਰਕੇ ਜਿਹੜਾ ਮਹਾਰਾਜ ਜੀ ਨੂੰ ਇਵੇਂ ਕਹਿਣਾ, ਕਈ ਕਹਿ ਦਿੰਦੇ ਹੁੰਦੇ ਆ ਜੀ, ਉਹਨਾਂ ਨਾਲ ਜਦੋਂ ਕਿਤੇ ਵਿਚਾਰ ਹੋਵੇ ਕਹਿੰਦੇ ਆਖੇ ਜੀ ਜਿਹੜੇ ਗੁਰੂਆਂ ਦੀ ਮੱਤ ਸੀ ਨਾ ਉਹ ਸਾਡੇ ਤੋਂ ਜ਼ਿਆਦਾ ਸੀ, ਉਹ ਗੱਲ ਨੂੰ ਪਕੜ ਕਰ ਲੈਂਦੇ ਸਨ। ਇਹ ਵੀ ਬੜੀ ਭੁੱਲ ਸਾਡੀ ਬੋਲ ਬਾਣੀ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕੋਈ ਇੱਕ ਮਤ ਦੇ ਮਾਲਕ ਨਹੀਂ ਹੈ ਮਹਾਰਾਜ। ਗੁਰੂ ਜੀ ਆ ਜਿੰਨੀਆਂ ਬੁੱਧੀਆਂ ਹੈ ਨਾ, ਜਿੰਨੀਆਂ ਜੀਵਾਂ ਜੰਤੂਆਂ ਵਿੱਚ ਬੁੱਧੀਆਂ ਹੈ ਉਹ ਸਾਰੀਆਂ ਨੂੰ ਪ੍ਰਕਾਸ਼ ਮਹਾਰਾਜ ਕਰ ਰਹੇ ਹੈ। ਸੂਰਜ ਵਿੱਚ ਜਿਹੜੀ ਜੋਤ ਹੈ, ਚੰਦਰਮਾ ਵਿੱਚ ਜਿਹੜਾ ਪ੍ਰਕਾਸ਼ ਹੈ, ਜੁਗਣੂ ਵਿੱਚ ਜਿਹੜਾ ਪ੍ਰਕਾਸ਼ ਹੈ, ਬੁੱਧੀ ਵਿੱਚ ਜਿਹੜਾ ਪ੍ਰਕਾਸ਼ ਹੈ, ਬਿਜਲੀ ਵਿੱਚ ਜਿਹੜਾ ਪ੍ਰਕਾਸ਼, ਅੱਗ ਵਿੱਚ ਜਿਹੜਾ ਪ੍ਰਕਾਸ਼ ਹੈ, ਉਹ ਸਾਰੇ ਪ੍ਰਕਾਸ਼ਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਰਹੇ ਹਨ। ਅਤੇ ਅਸੀਂ ਕਹਿੰਦੇ ਜੀ ਗੁਰੂ ਜੀ ਦੇ ਮੱਤ ਨਾ ਸਾਡੇ ਤੋਂ ਵੱਧ ਸੀ, ਮਤਲਬ ਕੁਝ ਹੱਦ ਤੱਕ। ਇਹ ਬੜੀ ਅਣਭੋਲ ਗੱਲ ਹੈ, ਇਹ ਕਿਸੇ ਗੱਲ ਕਰਨੇ ਯੋਗ ਨਹੀਂ ਹੈ। ਸੱਚੇ ਪਾਤਸ਼ਾਹ ਜੀ ਦੀ ਸਮੱਤ ਕਹਿਣੀ ਸਾਨੂੰ ਬਣਦੀ ਨਹੀਂ। ਮਹਾਰਾਜ ਦੇ ਸਭ ਮੱਤਾਂ ਦੇ ਮਾਲਕ ਹੈ। ਗੁਰੂ ਮਹਾਰਾਜ ਸਭ ਨੂੰ ਮੱਤਾਂ ਬਖਸ਼ਣ ਵਾਲੇ ਹੈ। ਮਹਾਰਾਜ ਕਿਤੇ ਇੱਕ ਮੱਤ ਦੇ ਮਾਲਕ ਨਹੀਂ ਹੈ। ਮਹਾਰਾਜ ਨੂੰ ਸਤਿਕਾਰ ਨਾਲ ਬੋਲਣਾ ਜਾਣਨਾ ਇਹ ਸਿਆਣਪ ਹੁੰਦੀ ਹੈ। ਉਹ ਪ੍ਰਚਾਰਕ ਹੁੰਦਾ, ਉਹ ਕਥਾਵਾਚਕ ਹੁੰਦਾ। ਭਾਵੇਂ ਕਿ ਇਸ ਸਮੇਂ ਕੋਈ ਬਹੁਤੇ ਨਹੀਂ ਸੁਣਦੇ ਇਹਨਾਂ ਗੱਲਾਂ ਨੂੰ, ਪਰ ਜਿਹੜੇ ਸੁਣਦੇ ਕਮ ਸੇ ਕਮ ਉਹ ਇਹ ਗੱਲ ਪੱਕੀ ਕਰ ਲੈਣ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਜੀ ਹਨ। ਗੁਰੂ ਜੀ ਨੂੰ ਇਵੇਂ ਨਹੀਂ ਕਹਿਣਾ ਬਾਬਾ ਨਾਨਕ। ਬਹੁਤ ਕਥਾਵਾਚਕਾਂ ਨੇ ਇਹੋ ਰੱਟ ਲਾ ਲਿਆ ਹੈ। ਕਥਾ ਇਹ ਆਮ ਹੀ ਸੁਣਦੇ ਰਹਿੰਦੇ ਆ। ਉਹ ਉਂਝ ਤੇ ਆਪਣੇ ਆਪ ਨੂੰ ਚਾਹੁੰਦੇ ਵੀ ਸਾਨੂੰ ਲੋਕ ਜੀ ਜੀ ਕਹਿਣ, ਸਾਨੂੰ ਕਹਿਣ ਵੀ ਇਹ ਫਲਾਣਾ ਗਿਆਨੀ ਸਿੰਘ ਜੀ ਆਇਆ ਹੈ। ਸਾਨੂੰ ਕਿਤੇ ਉਹ ਕਹਿ ਦਿੱਤਾ ਨਾ ਨਾਂ ਲੈ ਕੇ ਵੀ ਉਹ ਆਇਆ ਹੈ, ਅਸੀਂ ਕਹਿਣਾ ਇਹਨੂੰ ਤਾਂ ਕੂਣ ਦੀ ਅਕਲ ਨਹੀਂ ਹੈ, ਇਹਨੂੰ ਬੋਲਣ ਦੀ ਅਕਲ ਨਹੀਂ ਹੈ ਵੀ ਕਿਵੇਂ ਕਿਸ ਨੂੰ ਬੋਲਣਾ ਹੈ। ਫਿਰ ਜਿੱਥੇ ਪਰਮਾਤਮਾ ਹੋਵੇ ਉੱਥੇ ਕਿਵੇਂ ਬੋਲਣਾ, ਉੱਥੇ ਸਾਨੂੰ ਵੀ ਅਕਲ ਚਾਹੀਦੀ ਹੈ। ਮਹਾਰਾਜ ਦਾ ਸਤਿਕਾਰ ਜਿਨ੍ਹਾਂ ਨੇ ਕੀਤਾ ਉਹਨੇ ਸਭ ਕੁਝ ਪਾਇਆ ਹੈ। ਬੋਲ ਚਾਲ ਨਾਲ ਕੁਝ ਨਹੀਂ ਹੁੰਦਾ ਹੈ। ਜਿੰਨਾ ਮਰਜ਼ੀ ਕੋਈ ਬੋਲੀ ਚਾਲੀ ਜਾਵੇ, ਸਾਡੇ ਵਰਗਿਆਂ ਦੀਆਂ ਕਰਤੂਤਾਂ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਮਾਨੁਖ ਕਾ ਕਰ ਰੂਪ ਨਾ ਜਾਣ। ਹੇ ਮਨੁੱਖ, ਤੂੰ ਗੁਰੂ ਨੂੰ ਮਨੁੱਖ ਦਾ ਰੂਪ ਕਰਕੇ ਨਾ ਸਮਝ ਵੀ ਗੁਰੂ ਮਨੁੱਖੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਹਰਿਮੰਦਰ ਸਾਹਿਬ ਉਚਾਰਨ ਕੀਤੀ, ਕਿਆ ਮਾਨੁਖ ਕਾ ਕਰ ਰੂਪ ਨਾ ਜਾਣ। ਸੰਗਤ ਜੀ ਇਹ ਗੁਰੂ ਨੂੰ ਕਦੀ ਮਨੁੱਖ ਕਰਕੇ ਨਹੀਂ ਸਮਝਣਾ ਵੀ ਗੁਰੂ ਸਾਹਮਣੇ ਬੈਠੇ ਹੈ, ਸਾਡੇ ਵਰਗਾ ਸਰੀਰ ਹੈ, ਸਾਡੇ ਵਰਗੇ ਕੱਪੜੇ ਪਾਏ। ਗੁਰੂ ਨੂੰ ਕੀ ਹੈ, ਕੀ ਫਰਕ ਕੀ ਹੈ? ਇੰਨਾ ਫਰਕ ਹੈ ਵੀ ਮਹਾਰਾਜ ਗੱਦੀ 'ਤੇ ਬੈਠੇ, ਅਸੀਂ ਥੱਲੇ ਬੈਠੇ ਹਾਂ। ਇਹ ਨਹੀਂ ਸਮਝਣਾ ਹੈ। ਇਹ ਤਾਂ ਭਾਈ ਤੁਹਾਡੇ ਸਿੱਖਾਂ ਦੀ ਭਾਵਨਾ ਕਰਕੇ ਸਰੀਰ ਦਿਸ ਰਿਹਾ ਹੈ ਵੀ ਤੁਸੀਂ ਦਰਸ਼ਨ ਕਰ ਲਓ, ਤੁਹਾਨੂੰ ਪਤਾ ਲੱਗੇ ਮਹਾਰਾਜ ਸਾਡੇ ਸਾਹਮਣੇ ਵਿਰਾਜਮਾਨ ਹਨ। ਨਹੀਂ ਤਾਂ ਸਰੀਰ ਕੋਈ ਨਹੀਂ ਹੈਗਾ ਮਹਾਰਾਜ ਦਾ। ਗੁਰੂ ਦੇ ਚੱਕਰ ਚਿਹਨਾਂ ਤੋਂ ਬਾਹਰੇ ਹੈ। ਕਈ ਲੋਕ ਕਹਿੰਦੇ ਆ, ਉਹ ਪ੍ਰਚਾਰਕ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ
ਕਹਿੰਦੇ ਜੀ ਇਹ ਗੁਰੂ ਵੀ ਸਾਡੇ ਵਰਗੇ ਹੀ ਸਨ, ਆਮ ਮਨੁੱਖ ਸਨ। ਉਹ ਇਹੋ ਜਿਹਾ ਜਿਹੜੇ ਬਕਵਾਸ ਕਰਦੇ ਆ, ਉਹਨਾਂ ਨੇ ਇੱਕ ਦਿਨ ਇਹਨਾਂ ਗੱਲਾਂ ਦੇ ਹਰਜਾਨੇ ਭਰਨੇ ਆ ਅਤੇ ਭਰਨਗੇ, ਇੱਥੇ ਵੇਖੇ ਜਾਣਗੇ ਅੱਖਾਂ ਨਾਲ, ਅਸੀਂ ਆਪ ਵੇਖਾਂਗੇ। ਜਿਹੜੇ ਇਹੋ ਜਿਹੇ ਗੁਰੂ ਨੂੰ ਆਮ ਮਨੁੱਖ ਸਮਝਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਮ ਗ੍ਰੰਥ ਸਮਝਦੇ ਆ, ਉਹਨਾਂ ਨੂੰ ਦੁੱਖ ਪਾਉਣਾ ਪਊਗਾ ਇੱਕ ਦਿਨ। ਸੱਚੇ ਪਾਤਸ਼ਾਹ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ, ਜਿਸ ਕਰਕੇ ਸਾਡਾ ਜੀਣਾ ਸਫਲ ਹੈ। ਸਾਧ ਸੰਗਤ ਜੀ, ਇੱਥੇ ਬਚਨ ਆ ਰਿਹਾ ਵੀ ਤਿਨਕੇ ਭੇਵ ਮੰਦ ਨਹਿ ਜਾਨਮ। ਭੈਣ ਨਾਨਕੀ ਜੀ ਕਹਿੰਦੇ, ਪਤੀ ਜੈ ਰਾਮ ਜੀ, ਗੁਰੂ ਨਾਨਕ ਸਾਹਿਬ ਜੀ ਦੇ ਭੇਦ ਨੂੰ ਜਿਹੜੇ ਮੰਦੀ ਮੱਤ ਵਾਲੇ, ਥੋੜ੍ਹੀ ਮੱਤ ਵਾਲੇ ਮਨੁੱਖ ਹੈ ਨਾ, ਜਿਨ੍ਹਾਂ ਦੀ ਭੈੜੀ ਅਗਲ ਹੈ, ਉਹ ਨਹੀਂ ਜਾਣ ਸਕਦੇ। ਇਸ ਪ੍ਰਕਾਰ ਕਹਿ ਬਹੁ ਸਮਝਾਵਹਿ। ਇਸ ਤਰ੍ਹਾਂ ਕਹਿ ਕੇ ਬਹੁਤ ਸਮਝਾਇਆ ਬੁਝਾਇਆ ਹੈ। ਤਦਪ ਜਰਾਮ ਨਾ ਚਿੰਤਾ ਜਾਵਹਿ। ਤਾਂ ਵੀ ਭਾਈਆ ਜੈ ਰਾਮ ਜੀ ਦੇ ਹਿਰਦੇ ਵਿੱਚੋਂ ਚਿੰਤਾ ਨਹੀਂ ਜਾਂਦੀ। ਮਨ ਮਹਿ ਬਸੀ ਕਿਸ਼ਨ ਕੀ ਬਾਣੀ। ਮਨ ਦੇ ਵਿੱਚ, ਉਹ ਜੀਣ ਦੇ ਵਿੱਚ ਚੁਗਲਾਂ ਦੀ ਜਿਹੜੀ ਬਾਣੀ ਉਹਦੇ ਘਰ ਹੀ ਘਰ ਗਈ ਹੈ, ਵਸ ਗਈ। ਬਿਨ ਸਤ ਦੇਖੇ ਹੋਏ ਨਾ ਹਾਨੀ। ਜਿੰਨਾ ਚਿਰ ਹਿਸਾਬ ਕਿਤਾਬ ਨਹੀਂ ਹੋ ਜਾਂਦਾ, ਬਿਨਾਂ ਸੱਚ ਨੂੰ ਦੇਖਿਆ ਹਾਨੀ ਨਹੀਂ ਹੋ ਸਕਦੀ ਚਿੰਤਾ ਦੀ। ਸ੍ਰੀ ਨਾਨਕ ਤਪ ਅੰਤਰ ਜਾਮੀ। ਇੱਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੋ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਲੱਖ ਲੀਨੀ ਦੂਤਨ ਕੀ ਖਾਮੀ। ਗੁਰੂ ਜੀ ਨੂੰ ਕਿਸੇ ਨੇ ਦੱਸਿਆ ਨਹੀਂ, ਉਧਰ ਹੱਟ ਵਿੱਚ ਬੈਠੇ ਹੋਏ ਹੈ ਅੰਤਰਜਾਮੀ। ਗੁਰਾਂ ਨੇ ਉੱਥੇ ਬੈਠਿਆਂ ਜਾਣ ਲਿਆ ਹੈ ਕਿ ਚੁਗਲਾਂ ਨੇ, ਜਿਹੜੇ ਕੱਚੀ ਮੱਤ ਵਾਲੇ, ਉਹਨਾਂ ਨੇ ਕੋਈ ਚੁਗਲੀ ਮਾਰੀ ਐਵੇਂ ਜਾਣਿਆ ਹੈ। ਪੁਨਜ ਰਾਮ ਚਿੰਤਾ ਪੁਰਜੀਨੀ। ਉਹਨਾਂ ਭਾਈਆ ਜੈ ਰਾਮ ਜੀ ਨੇ ਵੀ ਚਿੰਤਾ ਨਾਲ ਵਿਆਕਲ ਹੋਇਆ, ਸਤਿਗੁਰੂ ਜੀ ਨੇ ਜਾਣਿਆ ਹੈ। ਜਿਹੇ ਮਨ ਪਿਸ਼ਨਨ ਬਾਨੀ ਪੀਨਾ। ਮਹਾਰਾਜ ਨੇ ਵਿਚਾਰਿਆ ਹੈ ਵੀ ਜੈ ਰਾਮ ਵੀ ਮਨ ਦਾ ਜਿਹੜਾ ਮਨ ਕਰਕੇ ਡੋਲ ਗਏ ਹੈ ਤੇ ਚਿੰਤਾ ਨਾਲ ਵਿਆਕਲ ਹੋ ਗਏ, ਜਿਸ ਕਰਕੇ ਜਿਹੜੀ ਚੁਗਲਾਂ ਦੀ ਬਾਣੀ ਉਹਨਾਂ ਦੇ ਵਿੱਚ ਹੀ ਮਨ ਭਿੱਜ ਗਿਆ ਹੈ। ਤਾਂ ਕੀ ਚਿੰਤਾ ਹਤਨੇ ਹਿਤਾ। ਭਾਈਆ ਜੈ ਰਾਮ ਜੀ ਦੀ ਚਿੰਤਾ ਨੂੰ ਨਾਸ ਕਰਨ ਵਾਸਤੇ ਗਮਨੇ ਸ਼੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਧੁਜਾ ਰੂਪ ਸਤਿਗੁਰੂ ਮਹਾਰਾਜ ਜੀ ਮੌਜ ਵਿੱਚ ਆ ਕੇ ਸ਼ਾਮ ਜੀ ਪਈ ਹੈ ਤੇ ਵੀ ਭੈਣ ਜੀ ਦੇ ਘਰ ਜਾਈਏ ਚੱਲੇ ਹਨ। ਸਦਨ ਜਾਏ ਸਾਦਰ ਦੁਖ ਕਟਨਾ। ਘਰ ਜਾ ਕੇ ਬੜੇ ਸਤਿਕਾਰ ਆਦਰ ਨਾਲ ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਜੀ। ਵੈਸੇ ਮੰਚ ਪਰ ਪੰਕਜ ਬਦਨਾ। ਜਿਨ੍ਹਾਂ ਸਤਿਗੁਰਾਂ ਦਾ ਮੁਖ ਕਵਲ ਵਰਗਾ ਹੈ, ਸੋਹਣੇ ਪਲੰਘ ਉੱਪਰ ਜਾ ਬੈਠੇ ਹਨ। ਮਧੁਰ ਮ੍ਰਿਦੁਲ ਬੋਲੇ ਮੁਖ ਬਾਣੀ। ਬੜੇ ਕੋਮਲ ਤੇ ਮਿੱਠੇ ਬਚਨ ਮੁਖੋਂ ਬੋਲੇ ਮਹਾਰਾਜ। ਜਨ ਚਿੰਤਾ ਰੁਜ ਚੂਰਨ ਸਾਨੀ। ਮਾਨੋ ਕਿ ਭਾਈਆ ਜੈ ਰਾਮ ਨੂੰ ਜਿਹੜੀ ਚਿੰਤਾ ਵੱਡਾ ਹੀ ਰੋਗ ਲੱਗਾ ਹੈ। ਸਤਿਗੁਰ ਜੀ ਦੀ ਜਿਹੜੀ ਬਾਣੀ ਉਹ ਚੂਰਨ ਦੇ ਸਦਰਸ਼ ਵਾਂਗ ਹੈ। ਜੀਜਾ ਜੀ ਲੇਖਾ ਕਰਵਾਵੀਏ। ਸਤਿਗੁਰ ਜੀ ਘਰ ਜਾ ਕੇ ਵਿਰਾਜਮਾਨ ਹੋਏ ਹੈ। ਕੁਝ ਨਹੀਂ ਗੁਰੂ ਜੀ ਨੇ ਦੂਜੀ ਗੱਲ ਕੀਤੀ ਹੈ। ਜਾਂਦਿਆਂ ਕਿਹਾ ਹੈ ਮਨ ਦੀ ਜਾਣਦੇ ਮਹਾਰਾਜ। ਕਹਿਣ ਲੱਗੇ ਭਾਈਆ ਜੈ ਰਾਮ ਜੀਜਾ ਜੀ, ਆ ਜਿਹੜਾ ਹਿਸਾਬ ਕਿਤਾਬ ਹੈ ਵੀ ਲੇਖਾ ਕਰਵਾ ਲਈਏ। ਸਭ ਹੈ ਹਿਸਾਬ ਨਵਾਬ ਦਵਾਈਏ। ਸਾਰਾ ਜਿਹੜਾ ਹਿਸਾਬ ਕਿਤਾਬ ਹੈ ਉਹ ਨਵਾਬ ਦਾ ਦੇ ਦਵਾ ਦਈਏ। ਬੀਤੇ ਬਹੁ ਬਾਸੁਰ ਬਿਨ ਲੇਖੇ। ਕਿਉਂਕਿ ਸਾਨੂੰ ਵੀ ਪਤਾ ਕਿ ਹਿਸਾਬ ਕਿਤਾਬ ਤੋਂ ਬਿਨਾ ਬਹੁਤ ਜਿਹੜੇ ਦਿਨ ਉਹ ਲੰਘ ਗਏ ਹਨ। ਕਰਵਾ ਬਹੁ ਨਿਕਸੈ ਕਛ ਸੇਖੇ। ਉਹ ਅੱਜ ਆਪਾਂ ਹਿਸਾਬ ਕਿਤਾਬ ਕਰਵਾ ਲਈਏ ਤੇ ਬਾਕੀ ਜਿਹੜਾ ਹਿਸਾਬ ਕਿਤਾਬ ਤੋਂ ਬਾਅਦ ਸਾਡਾ ਕੋਈ ਵਾਧੇ ਦਾ ਨਫੇ ਦਾ ਨਿਕਲੇਗਾ। ਸੁਨ ਜੈ ਰਾਮ ਹਿਰਦੇ ਹਰਿ ਖਾਇਓ। ਦਿਲ ਦੀ ਜਦੋਂ ਸੁਣ ਲਈ ਹੈ ਮਹਾਰਾਜ ਨੇ, ਭਾਈਆ ਜੈ ਰਾਮ ਜੀ ਨੇ ਸੁਣ ਕੇ ਤੇ ਹਿਰਦੇ ਵਿੱਚ ਬੜੇ ਖੁਸ਼ ਹੋਏ ਹੈ। ਜਨ ਸ਼ਰਦਾ ਧਨ ਖੋਇਓ ਪਾਇਓ। ਮਾਨੋ ਕਿ ਸ਼ਰਧਾ ਰੂਪੀ ਜਿਹੜਾ ਧਨ ਉਹ ਗਵਾਚਿਆ ਸੀ ਫਿਰ ਪਾ ਲਿਆ। ਸ਼ਰਧਾ ਜਿਹੜੀ ਨਾਸ ਹੋ ਗਈ ਸੀ ਨਾ ਵੀ ਹੁਣ ਮੈਂ ਕੀ ਕਰਾਂਗਾ, ਉਹ ਸ਼ਰਧਾ ਦਾ ਧਨ ਫੇਰ ਪਾ ਲਿਆ ਮਹਾਰਾਜ ਜੀ ਦੇ ਬਚਨਾਂ ਨਾਲ। ਸ਼ਰਧਾ ਬਣ ਆਈ ਹੈ।
ਹੋਤੀ ਚਿੰਤ ਜਾਂ ਕੀ ਦਿਨ ਰਾਤੀ। ਭਾਈਆ ਜੈ ਰਾਮ ਜੀ ਸੋਚਦੇ ਵੀ ਜਿਸ ਗੱਲ ਦੀ ਆ ਚਿੰਤਾ ਦਿਨ ਰਾਤ ਹੀ ਖਾ ਰਹੀ ਸੀ, ਅਕਸਮਾਤ ਸੋ ਬਣੀ ਸਹਾਤੀ। ਆ ਇਹਨਾਂ ਨੇ ਆਪ ਵੀ ਕਹਿ ਦਿੱਤਾ ਅਚਨ ਚੇਤੀ ਸੋਹਣੀ ਗੱਲ ਹੀ ਬਣ ਆਈ ਹੈ। ਲੈਨ ਦੇਸ ਗਾ ਪਾਸ ਨਰੇਸ਼ਾ। ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਨ ਦੇ ਘਰ ਚਲੇ ਗਏ ਹਨ। ਕੋਸ਼ਿਸ਼ ਪਹਿਰ ਕੀਏ ਸ਼ੁਭ ਬੇਸਾ। ਜਾਣ ਤੋਂ ਪਹਿਲਾਂ ਸੋਹਣੀ ਜਿਹੜੀ ਪੁਸ਼ਾਕ ਹੈ ਪਹਿਰਾਵਾ ਉਹ ਪਹਿਨਿਆ ਹੈ, ਚੰਗਾ ਹੀ ਲਿਬਾਸ ਧਾਰਨ ਕੀਤਾ, ਬਣ ਠਣ ਕੇ ਚੱਲ ਪਏ ਹਨ। ਨਿਕਟ ਬੈਠ ਕਹਿ ਸੋਨਾ ਨ੍ਰਿਪ ਲੋਧੀ। ਨੇੜੇ ਬੈਠ ਕਰਕੇ ਭਾਈਆ ਜੈ ਰਾਮ ਜੀ ਨੇ ਕਿਹਾ ਕਿ ਨਵਾਬ ਦੌਲਤ ਖਾਨ ਲੋਧੀ ਹੈ, ਸਾਡਾ ਬਚਨ ਸੁਣ। ਕਰਿਓ ਹਿਸਾਬ ਚਾਹਤ ਤੁਮ ਮੋਦੀ। ਤੁਹਾਡਾ ਮੋਦੀ ਮੇਰੇ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਨਾ ਚਾਹੁੰਦੇ ਹਨ। ਕਾਲ ਵਿਸਾਲ ਬੀਤਿਓ ਬਿਨ ਲੇਖੇ। ਕਿਉਂਕਿ ਬਹੁਤਾ ਜਿਹੜਾ ਸਮਾਂ ਹਿਸਾਬ ਕਿਤਾਬ ਕੀਤਿਆਂ ਤੋਂ ਬਿਨਾਂ ਲੰਘ ਗਿਆ ਹੈ। ਆਮਦ ਖਰਚ ਉਚਿਤ ਅਬਲ ਦੇਖੇ। ਹੁਣ ਦੇਖਣਾ ਹੀ ਯੋਗ ਹੈ ਕੀ ਆਮਦਨ ਹੋਈ ਕੀ ਖਰਚਾ ਹੋਇਆ, ਹੁਣ ਆਪਾਂ ਦੇਖ ਦਿਖਾ ਲਈਏ। ਪੂਰਬ ਦੌਲਤ ਖਾਂ ਟਿਕ ਦੂਤੀ। ਭਾਈਆ ਜੈ ਰਾਮ ਵਾਂਗ ਪਹਿਲਾਂ ਇੱਧਰ ਦੌਲਤ ਖਾਂ ਵੱਲ ਵੀ ਬੜੀਆਂ ਚੁਗਲੀਆਂ। ਦੁਸ਼ਟ ਲੋਕ ਮਿਲ ਕਰਤ ਬਹੁਤੀ। ਦੁਸ਼ਟ ਨਿੰਦਕ ਲੋਕਾਂ ਨੇ ਮਿਲ ਕਰਕੇ ਬਹੁਤੀਆਂ ਚੁਗਲੀਆਂ ਨਵਾਬ ਦੌਲਤ ਖਾਂ ਦੇ ਘਰ ਵੀ ਕੀਤੀਆਂ ਸਨ ਆ ਕੇ। ਸਰਬ ਦਰਬ ਕੋ ਖੋਕਰ ਨਾਨਕ। ਨਵਾਬ ਦੌਲਤ ਖਾਂ ਕਹਿੰਦਾ ਜੈ ਰਾਮ ਆ ਕੇ ਮੈਨੂੰ ਵੀ ਬੜੀਆਂ ਚੁਗਲੀਆਂ ਤੇਰੇ ਤੋਂ ਪਹਿਲਾਂ ਹੁੰਦੀਆਂ ਰਹੀਆਂ ਮੇਰੇ ਘਰ ਆ ਕੇ ਕਿ ਸਾਰਾ ਪੈਸੇ ਨੂੰ ਆ ਗਵਾਹ ਕਰਕੇ ਤੇਰਾ ਮੋਦੀ ਹੋਏ ਪਲਾਇਨ ਕਬਹ ਅਚਾਨਕ। ਨਵਾਬ ਦੌਲਤ ਖਾਂ ਜੀ ਕਦੇ ਨਾ ਕਦੇ ਕਿਸੇ ਦਿਨ ਅਚਨਚੇਤ ਹੀ ਤੁਹਾਡੇ ਮੋਦੀ ਨੇ ਭੱਜ ਜਾਣਾ ਹੈ। ਸੁਨਤ ਜੈ ਰਾਮ ਬਚਨ ਭੂਪਾਲਾ। ਜੈ ਰਾਮ ਜੀ ਨੇ ਜੈ ਰਾਮ ਭਾਈਆ ਜੀ ਦਾ ਬਚਨ ਸੁਣ ਕੇ ਬੜੀ ਛੇਤੀ ਜਿਹੜਾ ਨਵਾਬ ਦੌਲਤ ਖਾਂ ਰਾਜਾ ਨੇ ਬਚਨ ਕਿਹਾ। ਬੋਲਿਓ ਸੰਸਾ ਮੁਝੈ ਵਿਸਾਲਾ। ਬੋਲਿਆ ਹੈ ਕਿ ਜੈ ਰਾਮ ਜਿਹੜਾ ਤੇਰੇ ਮਨ ਵਿੱਚ ਸੰਸਾ ਹੈ ਇਸੇ ਤਰ੍ਹਾਂ ਮੇਰੇ ਮਨ ਵਿੱਚ ਵੀ ਬੜਾ ਸੰਸਾ ਭਰਮ ਪਿਆ ਹੋਇਆ ਹੈ। ਲੇਖੇ ਤੇ ਸੋ ਹੋਏ ਬਿਨਾਸ਼ੀ। ਆ ਜਦੋਂ ਲੇਖਾ ਜੋਖਾ ਹਿਸਾਬ ਕਿਤਾਬ ਹੋ ਜਾਊਗਾ ਇਹ ਲੇਖੇ ਦੇ ਨਾਲ ਹੀ ਨਾਸ ਹੋਣਾ ਆਪਣਾ ਦੋਵਾਂ ਦਾ ਸੰਸਾ ਭਰਮ। ਬੋਲ ਲਿਓ ਤਾਂ ਕੋ ਮਮ ਪਾਸੀ। ਚੱਲ ਤੂੰ ਹੁਣ ਇੰਜ ਕਰ ਕਿ ਆਪਣੇ ਕੋਲ ਆਪਣੇ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਮੋਦੀ ਨੂੰ ਬੁਲਾ ਲੈ। ਨਿਦਾ ਦਿਜ ਜੈ ਰਾਮ ਪਠਾਇਆ। ਭਾਈਆ ਜੈ ਰਾਮ ਨਾਲ ਹੀ ਉਹ ਨਿੱਧਾ ਬ੍ਰਾਹਮਣ ਗਿਆ ਹੋਇਆ ਸੀ ਉਹਨੂੰ ਭੇਜਿਆ ਹੈ ਘਰ ਵੱਲ ਨੂੰ। ਆ ਨਿਦੇ ਯਾ ਬਚਨ ਲਾਇਆ। ਨਿੱਧੇ ਬ੍ਰਾਹਮਣ ਨੇ ਆ ਕੇ ਐਵੇਂ ਬਚਨ ਕਿਹਾ ਮਹਾਰਾਜ ਜੀ ਨੂੰ। ਚਲੋ ਆਪ ਕਰ ਲੀਜੈ ਲੇਖਾ। ਕਿਹਾ ਹੈ ਕਿ ਮਹਾਰਾਜ ਨਵਾਬ ਦੌਲਤ ਖਾਨ ਨੇ ਕਹਿ ਦਿੱਤਾ ਆਓ ਚੱਲੋ ਤੇ ਆ ਕੇ ਲੇਖਾ ਜੋਖਾ ਹਿਸਾਬ ਕਿਤਾਬ ਕਰ ਲਓ। ਨਿਰਪ ਬੁਲਾਏ ਜਿਹੇ ਸਭਾ ਵਿਸ਼ੇਖਾ। ਰਾਜੇ ਨੇ ਨਵਾਬ ਨੇ ਬੁਲਾਇਆ ਹੈ ਜਿੱਥੇ ਬੜੀ ਵੱਡੀ ਸਭਾ ਲੱਗੀ ਹੋਈ ਹੈ। ਕਹਿ ਬਾਲਾ ਸ਼੍ਰੀ ਅੰਗਦ ਪੂਰਣਾ। ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਪੂਰਨ ਗੁਰੂ ਜੀ। ਸੁਨਹੁ ਤਿਆਰ ਭਏ ਤਬ ਤੂਰਣਾ। ਤਦੋਂ ਸਤਿਗੁਰੂ ਨਾਨਕ ਸਾਹਿਬ ਜੀ ਬੜੀ ਛੇਤੀ ਤਿਆਰ ਹੋ ਗਏ। ਵਹੀ ਵਿਸਾਲ ਦੀਨ ਮੁਝ ਹੱਥਾ। ਜਿਹੜੀ ਵਹੀ ਸੀ ਨਾ ਹਿਸਾਬ ਕਿਤਾਬ ਦਾ ਰਜਿਸਟਰ ਜਾਂ ਕਾਗਜ਼ ਮਹਾਰਾਜ ਉਹ ਮੇਰੇ ਹੱਥ ਵਿੱਚ ਦੇ ਦਿੱਤੇ। ਗਮਨ ਕੀਓ ਨਿਰਪ ਟਿਗ ਜਗਨਾਥਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਨਵਾਬ ਦੇ ਕੋਲ ਜਾਣਾ ਕੀਤਾ। ਮੰਦ ਮੰਦ ਸੁੰਦਰ ਗਤ ਭਾਰੀ। ਸਤਿਗੁਰੂ ਨਾਨਕ ਸਾਹਿਬ ਜੀ ਐਵੇਂ ਹੌਲੀ ਹੌਲੀ ਸੁੰਦਰ ਚਾਲ ਵਿੱਚ ਚੱਲਦੇ ਸਤਿਗੁਰੂ ਜੀ ਬੜੇ ਹੀ ਸੁੰਦਰ ਲੱਗਦੇ ਹਨ। ਪਹੁੰਚਤ ਪੇ ਤਬ ਸਭਾ ਮੁਜਾਰੀ। ਚਲਦਿਆਂ ਚਲਦਿਆਂ
ਹੌਲੀ ਹੌਲੀ ਨਵਾਬ ਦੀ ਸਭਾ ਵਿੱਚ ਮਹਾਰਾਜ ਪਹੁੰਚ ਹੀ ਗਏ। ਕਾਜੀ ਖਾਨ ਦੀਵਾਨ ਮੁਲਾਨੇ, ਜਿਸ ਸਭਾ ਦੇ ਵਿੱਚ ਆ ਕਾਜੀ ਫਤਵੇ ਲਾਉਣ ਵਾਲੇ, ਖਾਨ ਪਠਾਨ ਤੇ ਮੁੱਲੇ ਮੁਲਾਣੇ ਦੀਵਾਨ ਵਿੱਚ, ਜਹ ਬੈਸੇ ਨੀਕੇ ਕਰਬਾਨੇ, ਜਿੱਥੇ ਕਾਜ਼ੀਆਂ ਨੇ ਪਠਾਣਾਂ ਨੇ ਚੰਗੇ ਚੰਗੇ ਆਪਣੇ ਚੋਲੇ ਪਾ ਪਾ ਕੇ ਤੇ ਬੈਠੇ ਹੋਏ ਸਨ ਆਪੋ ਆਪਣੇ ਆਸਣਾ ਦੇ। ਸਭਨ ਸ਼੍ਰੋਮਣ ਦੌਲਤ ਖਾਨਾ, ਉਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਸ਼੍ਰੋਮਣੀ ਜੋ ਦੌਲਤ ਨਵਾਬ ਖਾਂ ਹੈ, ਸੇਵਹ ਜਾਹੇ ਸੁਬਟ ਬਿਦਨਾਨਾ, ਜਿਸ ਦੀ ਸੇਵਾ ਆ ਸੂਰਮੇ ਤਰ੍ਹਾਂ ਤਰ੍ਹਾਂ ਨਾਲ ਪਹਿਰੇ ਦੇ ਦੇ ਕੇ ਕਰ ਰਹੇ ਹਨ। ਤਹਾਂ ਹੋਏ ਠਾਡੇ ਸੁਖ ਧਾਮਾ, ਸੁੱਖਾਂ ਦੇ ਘਰ ਮਹਾਰਾਜ ਉਹ ਸਭਾ ਦੇ ਵਿੱਚ ਜਾ ਖੜੇ ਹੋਏ ਐ। ਬਿਦ ਨੀਕੀ ਸੋ ਕੀਨ ਸਲਾਮਾ, ਚੰਗੀ ਤਰ੍ਹਾਂ ਨਾਲ ਨਵਾਬ ਦੌਲਤ ਖਾਂ ਨੂੰ ਸਲਾਮ ਕੀਤੀ ਹੈ। ਜੋ ਗੁਰੂ ਨਾਨਕ ਸਾਹਿਬ ਸਭ ਨੂੰ ਆਸਣ ਬਖਸ਼ਣ ਵਾਲੇ ਹੈ, ਅੱਜ ਆਮ ਜੇ ਮਨੁੱਖ ਹੋ ਕੇ ਮਹਾਰਾਜ ਸਭਾ ਵਿੱਚ ਖੜੇ ਹੋਏ ਹਨ। ਸ੍ਰੀ ਗੁਰ ਦਿਸ਼ ਨ੍ਰਿਪ ਦ੍ਰਿਸ਼ਟ ਬਿਲੋਕੀ, ਸਤਿਗੁਰ ਜੀ ਤਰਫ ਰਾਜੇ ਨਵਾਬ ਦੌਲਤ ਖਾਂ ਨੇ ਆ ਤੱਕਣੀ ਜੀ ਤੱਕੀ ਵੇਖਿਆ ਹੈ। ਜਾਂ ਕੀ ਮਤ ਸ਼ਰਧਾ ਤੇ ਫੋਕੀ, ਜਿਸ ਨਵਾਬ ਦੌਲਤ ਖਾਂ ਦੀ ਮੱਤ ਜਿਹੜੀ ਗੁਰੂ ਦੀ ਸ਼ਰਧਾ ਤੋਂ ਜਮਾਂ ਹੀ ਫੋਕੀ ਆ ਫਿਗਲੀ, ਕਿਤੇ ਰਤਾ ਭਰ ਗੁਰੂ ਤੇ ਸ਼ਰਧਾ ਨਹੀਂ ਹੈ। ਪੂਜਤ ਭਾ ਤੁਮਾਰ ਕੋ ਨਾਮਾ, ਕਿਉਂਕਿ ਨਵਾਬ ਦੌਲਤ ਖਾਂ ਨੂੰ ਕੀ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਖੁਦਾ ਮੇਰੇ ਸਾਹਮਣੇ ਖੜੇ ਹੈ। ਉਹ ਭੋਲਾ ਹੈ, ਬੇਸਮਝ ਹੈ, ਜਿਹਦੇ ਕਰਕੇ ਮਹਾਰਾਜ ਜੀ ਨੂੰ ਮੋਦੀ ਖਾਨੇ ਵਾਲੇ ਮੋਦੀ ਸਮਝਦਾ ਹੈ। ਤੇ ਪੁੱਛਣ ਲੱਗਾ ਸੱਚੇ ਪਾਤਸ਼ਾਹ ਨੂੰ, ਮੋਦੀ ਜੀ ਆ ਤੁਹਾਡਾ ਕੀ ਨਾਮ ਹੈ? ਬਨੀਏ ਭੋ ਮੋਦੀ ਅਬਰਾਮਾ, ਇਹ ਸੁੰਦਰ ਰੂਪ ਵਾਲੇ ਮੋਦੀ ਆਪਣਾ ਨਾਮ ਸਾਨੂੰ ਚੰਗੀ ਤਰ੍ਹਾਂ ਕਹਿ ਕੇ ਸੁਣਾਓ, ਸੁੰਦਰ ਨਾਮ। ਕਮਲ ਨੈਣ ਸਨ ਗਿਰਾ ਉਚਾਰੀ, ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੇ ਸੁਣ ਕੇ ਆਪਣੇ ਮੁਖੋਂ ਬਚਨ ਕਿਹਾ, ਇਹ ਨਾਮ ਨਾਨਕ ਨਿਰੰਕਾਰੀ, ਹੇ ਨਵਾਬ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਮੈਂ ਨਹ ਸਮਝਿਓ ਕਹਿਓ ਤੁਮਾਰੋ, ਜਦੋਂ ਗੁਰੂ ਜੀ ਨੇ ਕਿਹਾ ਨਾ ਨਵਾਬ ਸਾਡਾ ਨਾਮ ਤੇ ਨਾਨਕ ਨਿਰੰਕਾਰੀ ਹੈ, ਨਵਾਬ ਦੌਲਤ ਖਾਂ ਸੁਣ ਕੇ ਹੈਰਾਨ ਜਿਹਾ ਹੋ ਗਿਆ। ਕਹਿੰਦਾ ਵੀ ਮੈਂ ਤੇਰਾ ਆ ਬਚਨ ਨਹੀਂ ਸਮਝਿਆ ਹਾਂ। ਸੰਗ ਮਾਏ ਨੇ ਫੇਰ ਉਚਾਰੋ, ਤੇਰਾ ਕਹਿਆ ਹੋਇਆ ਮੈਂ ਸਮਝਿਆ ਨਹੀਂ ਕਿ ਕੀ ਕਿਹਾ ਹੈ। ਆ ਫੇਰ ਉਚਾਰ ਮਾਇਨੇ ਦੇ ਅਰਥਾਂ ਦੇ ਨਾਲ। ਤਬ ਜਰਾਮ ਬੋਲਿਓ ਮਤ ਸਾਲੀ, ਤਦੋਂ ਭਾਈਆ ਜੈ ਰਾਮ ਜੀ ਜੋ ਮਤ ਦਾ ਤੇ ਘਰ ਹੀ ਹੈ ਕੋਲ ਖੜੇ ਬੋਲੇ ਆਪਣੇ ਵੱਲੋਂ, ਵਿੱਚ ਪਾਰਸੀ ਰੀਤ ਸੰਭਾਲੀ, ਫਾਰਸੀ ਦੀ ਰੀਤੀ ਨੂੰ ਸੰਭਾਲ ਕੇ ਫਾਰਸੀ ਵਿੱਚ ਹੀ ਫਿਰ ਗੁਰੂ ਨਾਨਕ ਨਾਮ ਦੇ ਅਰਥ ਦੱਸੇ ਹਨ। ਬੇਸ਼ੁਬਹਾ ਜੋ ਬਿਨਾ ਨਮੂਨੇ, ਕਹਿਣ ਲੱਗੇ ਨਵਾਬ ਜੋ ਬੇਸ਼ੁਬਹਾ ਹੈ, ਭਾਵ ਜੋ ਨਿਰਸੰਸ਼ੇ ਤੋਂ ਰਹਿਤ ਹੈ, ਅਦੁੱਤੀ। ਨਿਰਸੰਸ਼ੇ ਤੋਂ ਰਹਿਤ ਕੌਣ ਹੈ? ਸੰਸ਼ਿਆ ਤੋਂ ਰਹਿਤ ਅਦੁੱਤੀ ਪਰਮੇਸ਼ਰ ਖੁਦਾ। ਤੇ ਫਿਰ ਜੋ ਬਿਨਾ ਨਮੂਨੇ, ਜੋ ਰੂਪ ਤੋਂ ਰਹਿਤ ਹੈ, ਜਿਹੜਾ ਚੱਕਰ ਚਿਹਨਾਂ ਤੋਂ ਬਾਰਾ ਹੈ। ਬੇਚ ਗੁਣ ਯਜਦਾ ਬੇਚੂਨੇ, ਬੇਚਗੂਨ ਯਜ਼ਦਾਂ ਬੇਚੂਨੇ। ਫਿਰ ਬੇਚਗੂਣ ਜਿਹੜੇ ਆ ਕਾਰਨ ਤੋਂ ਰਹਿਤ, ਜਿਨ੍ਹਾਂ ਦਾ ਕੋਈ ਕਾਰਨ ਨਹੀਂ ਹੈ, ਜਿਹੜੇ ਸਭ ਦਾ ਆਪ ਕਾਰਨ ਹੈ ਪਰ ਜਿਨ੍ਹਾਂ ਦਾ ਕੋਈ ਆਪਣਾ ਕਾਰਨ ਨਹੀਂ ਹੈ। ਆਪ ਜੋ ਕਾਰਨ ਪਰਮੇਸ਼ਰ ਹੈ। ਤੇ ਯਜ਼ਦਾਂ ਜਿਹੜਾ ਫਿਰ ਖੁਦਾ ਹੈ। ਤੇ ਬੇਚੂਨੇ ਬੇਮਿਸਾਲ, ਜਿਹਦੀ ਕੋਈ ਮਿਸਾਲ ਨਹੀਂ ਦਿੱਤੀ ਜਾਂਦੀ ਹੈ। ਇਹ ਅਰਥ ਹਨ। ਨਾਨਕ ਦਾ ਅਰਥ ਵੀ ਨਾ ਅਨਕ ਜੋ ਬਹੁਤੇ ਨਹੀਂ ਹੈ, ਉਹ ਕੌਣ? ਪਰਮੇਸ਼ਰ। ਤੇ ਇੱਧਰ ਕੀ ਹੋ ਗਿਆ ਕਿ ਜੋ ਅਦੁੱਤੀ ਹੈ, ਨਿਰਸੰਸ਼ੇ ਤੋਂ ਰਹਿਤ, ਇਹ ਨਾਨਕ ਦਾ ਅਰਥ ਹੈ। ਫਿਰ ਜਿਹੜਾ ਨਿਰੰਕਾਰੀ ਹੈ, ਆਕਾਰ ਤੋਂ ਰਹਿਤ, ਉਹਦਾ ਅਰਥ ਹੈ ਕਿ ਜੋ ਪਰਮੇਸ਼ਰ ਰੂਪ ਤੋਂ ਰਹਿਤ ਹੈ, ਬੇਨਮੂਨਾ। ਤੇ ਪਰਮੇਸ਼ਰ ਦਾ ਕੋਈ ਆਕਾਰ ਨਹੀਂ ਹੈ, ਰੂਪ ਤੋਂ ਰਹਿਤ ਹੈ। ਇਸ ਕਰਕੇ ਇਹ ਅਰਥ ਹਨ। ਨਵਾਬ ਨੇਤ ਨੇਤ ਕਹਿ ਬੇਦਕ ਤੇ ਪਾ, ਜਿਸ ਪਰਮੇਸ਼ਰ ਨੂੰ ਆ ਵੇਦ ਵੀ
ब्रह्मा विष्णु अंत नहीं पायो, नेत नित मुख चार बतायो। वेद भी नेत नित बेअंत कहते हैं, चार कतेब तुरेत अंजील जंबूर कुरान वो भी नेत नेत बेअंती कहते हैं। ਲਖਿਓ ਨਾ ਕਿਨਹੋ ਕਰਤ ਹੈ ਸੇਵਾ। ਹਿਸਾਬ ਕਿਤਾਬ ਕਰਦਿਆਂ ਜਿਸ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ, ਕਰਨ ਹਾਰਤਾ ਸਿਫਤੀ ਬੰਦਾ। ਉਸ ਕਰਨਹਾਰ ਪਰਮੇਸ਼ਰ ਦੀ ਸਿਫਤ ਕਰਨ ਵਾਲਾ ਗੁਰੂ ਨਾਨਕ ਸਾਹਿਬ ਮੈਂ ਬੰਦਾ ਹਾਂ। ਮੈਂ ਹਉ ਕਹੈ ਨਾਨਕ ਸੁਖ ਕੰਦਾ। ਮੈਂ ਉਸ ਪਰਮੇਸ਼ਰ ਦੀ ਸਿਫਤ ਨੂੰ ਕਰਨ ਵਾਲਾ ਬੰਦਾ ਹਾਂ। ਗੁਰੂ ਨਾਨਕ ਸਾਹਿਬ ਸੁੱਖਾਂ ਦੇ ਬੱਦਲ ਇਵੇਂ ਕਹਿਣ ਲੱਗੇ ਹੈ ਕਿ ਇਵੇਂ ਕਿਹਾ ਹੈ ਨਵਾਬ ਨੂੰ। ਗੁਰੂ ਜੀ ਨੇ ਇਹ ਬਚਨ ਕਿਹਾ ਹੈ, ਭਾਈਆ ਜੈ ਰਾਮ ਜੀ ਨੇ ਫਾਰਸੀ ਵਿੱਚ ਦੱਸਿਆ ਹੈ, ਮਹਾਰਾਜ ਜੀ ਨੇ ਵੀ ਕਿਹਾ ਹੈ ਕਿ ਜੋ ਪਰਮੇਸ਼ਰ ਹੈ ਨਾ, ਜਿਹੜਾ ਮਹਾਨ ਹੈ, ਉਸ ਦੀ ਸਿਫਤ ਕਰਨ ਵਾਲਾ ਮੈਂ ਬੰਦਾ ਹਾਂ। ਇਹ ਗੁਰੂ ਜੀ ਦੀ ਨਿਮਰਤਾ ਹੈ। ਗੁਰੂ ਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਨਾਨਕ ਹਰ ਸੋਏ। ਮਹਾਰਾਜ ਤੇ ਆਪ ਪਰਮੇਸ਼ਰ ਹੈ। ਜਿਵੇਂ ਸਤਿਗੁਰੂ ਜੀ ਨੇ ਆਪਣੇ ਨਾਮ ਦੇ ਅਰਥ ਦੱਸੇ, ਤੇ ਸਤਿਗੁਰੂ ਜੀ ਨੂੰ ਜਿਵੇਂ ਇਹ ਤਰਕ ਜੀ ਕਰਦਾ ਹੈ ਨਵਾਬ ਦੌਲਤ ਖਾਂ, ਉਹ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ। ਨੇਤ ਨੇਤ ਕਹਿ ਬੇਦ ਕਤੇਬਾ, ਲਖਿਓ ਨਾ ਕਿਨਹੋ ਕਰਤ ਹੈ ਸੇਵਾ। ਕਰਨ ਹਾਰਤਾ ਸਿਫਤੀ ਬੰਦਾ, ਮੈਂ ਹਉ ਕਹਿ ਨਾਨਕ ਸੁਖ ਕੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ